जैसे पर्वत विखै हीरा मानक पारस सिद्ध, खन वारा खन जग विखे प्रगटावई। जैसे बन विखै मलयागर सौंदा कपूर, सोध कै सुबासी सुबास बेहसावई। तैसे गुरबाणी विखै सकल पदार्थ हैं, जोई जोई खोजै सोई सोई नेप जावई। सो कहो टल गुर सेवियै, ऐन सुसहज सुभाए। दर्शन परसै गुरु कै, जन्म मरण दुख जाए। हुवै सिफत खसम दी, नूर अरशों कुरसो झटिया। तुद डिठै सच्चे पातशाह, मल जन्म जन्म दी कटिया। सतनाम वाहिगुरु जी, बसंत हिंडोल महला तीजा घर दूजा। एक ओंकार सतगुर प्रसाद, गुर की बाणी विटों वारिया भाई। गुर शब्द विटों बल जाई, गुर सालाही सद अपना भाई। गुर चरनी चित लाई, गुर की बाणी विटों वारिया भाई। गुर शब्द विटों बल जाई, गुर सालाही सद अपना भाई। गुर चरनी चित लाई, मेरे मन राम नाम चित लाए। मन तन तेरा हरिया होवै, एक हर नामा फल पाए। रहाऊ गुर राखे से उबरे भाई। हर रस अमृत पियाए, विचों होमै दुख उठ गया भाई। सुख उठा मन आए, धुर आपे जिन्हां नूं बख्शिओन भाई। शब्दे लयन मिलाए, धूड़ तिना की अकुलिए भाई। सत संगत मेल मिलाए, आप कराए करे आप भाई। जिन हरिया किया सब कोए, नानक मन तन सुख सद वसै भाई। शब्द मिलावा होए, आप कराए करे आप भाई। जिन हरिया किया सब कोए, नानक मन तन सुख सद वसै भाई। शब्द मिलावा होए। वाहिगुरु जी का खालसा, वाहिगुरु जी की फतेह। परम सन्मानयोग गुरु प्यारे गुरु सवारी साध संगत जी, ये जो पावन शब्द
ਆਪ ਜੀ ਨੇ ਸਰਵਣ ਕੀਤਾ ਹੈ। ਇਸ ਦੀ ਪਾਵਨ ਵਿਚਾਰ ਆਪ ਜੀ ਨੂੰ ਸਰਵਣ ਕਰਾ ਰਹੇ ਹਨ। ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ ਕਨ੍ਹਈਆ, ਹੈੱਡ ਪ੍ਰਚਾਰਕ ਬੁੱਢਾ ਦਲ ਸਾਬੋ ਕੀ ਤਲਵੰਡੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 13 ਜਨਵਰੀ ਨੂੰ ਭਾਈ ਲੱਖੀ ਸ਼ਾਹ ਮਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਰਾਤ ਦੇਰ ਤੱਕ ਦੀਵਾਨ ਸੱਜਣਗੇ। ਆਪ ਜੀ ਨੇ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਇਤਿਹਾਸਕ ਗੁਰਦੁਆਰਿਆਂ ਦੀ ਕਾਰ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਅਤੇ ਉਹਨਾਂ ਦੇ ਸਹਿਯੋਗੀ ਕਰਵਾ ਰਹੇ ਹਨ। ਗੁਰਦੁਆਰਾ ਬੰਗਲਾ ਸਾਹਿਬ ਸੰਤ ਗਿਆਨੀ ਹਰਨਾਮ ਸਿੰਘ ਦਮਦਮੀ ਟਕਸਾਲ ਵਾਲਿਆਂ ਵੱਲੋਂ ਵੀ ਸੇਵਾ ਚੱਲ ਰਹੀ ਹੈ। ਜੋ ਸੇਵਾ ਗੁਰਦੁਆਰਾ ਨਾਨਕ ਪਿਆਓ ਸਾਹਿਬ ਅੰਡਰਗਰਾਊਂਡ ਅਜਾਇਬ ਘਰ, ਲਾਇਬ੍ਰੇਰੀ, ਜੋੜਾ ਘਰ, ਕਾਰ ਪਾਰਕਿੰਗ ਦੀ ਚੱਲ ਰਹੀ ਹੈ, ਉਸ ਦਾ ਲੈਂਟਰ 19 ਅਤੇ 20 ਜਨਵਰੀ ਨੂੰ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਪਵੇਗਾ। ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਗਲੇ ਸਮੇਂ ਵਾਸਤੇ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਕੋਈ ਪੜਤਾ ਸਹਸਾ ਕਿਰਤਾ, ਕੋਈ ਪੜ੍ਹੈ ਪੁਰਾਨਾ। ਕੋਈ ਪੜਤਾ ਸਹਸਾ ਕਿਰਤਾ, ਕੋਈ ਪੜ੍ਹੈ ਪੁਰਾਨਾ। ਕੋਈ ਨਾਮ ਜਪੈ ਜਪ ਮਾਲੀ, ਲਾਗੈ ਤਿਸੈ ਧਿਆਨਾ। ਅਬ ਹੀ ਕਬ ਹੀ ਕਿਛੂ ਨ ਜਾਨਾ, ਤੇਰਾ ਏਕੋ ਨਾਮ ਪਛਾਨਾ। ਨਾ ਜਾਣਾ ਹਰੇ ਮੇਰੀ ਕਵਨ ਗਤੇ, ਹਮ ਮੂਰਖ ਅਗਿਆਨ ਸਰਨ ਪ੍ਰਭ ਤੇਰੀ। ਕਰ ਕਿਰਪਾ ਰਾਖੋ ਮੇਰੀ ਲਾਜ ਪਤੇ, ਹਮ ਮੂਰਖ ਅਗਿਆਨ ਸਰਨ ਪ੍ਰਭ ਤੇਰੀ। ਕਰ ਕਿਰਪਾ ਰਾਖੋ ਮੇਰੀ ਲਾਜ ਪਤੇ। ਅਸੀਂ ਖੱਤੇ ਬਹੁਤ ਕਮਾਵਦੇ, ਅੰਤ ਨ ਪਾਰਾਵਾਰ। ਹਰ ਕਿਰਪਾ ਕਰ ਕੈ ਬਖਸ਼ ਲਿਹੋ, ਹਉ ਪਾਪੀ ਵੱਡ ਗੁਨਹਗਾਰ। ਸਗਲ ਦਵਾਰ ਕਉ ਛਾਡ ਕੈ, ਗਹਿਓ ਤੁਹਾਰੋ ਦਵਾਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰੂਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਿੱਘੀ ਗੋਦ ਦੇ ਅੰਦਰ ਆਪ ਸਭ ਸੰਗਤਾਂ ਜੁੜ ਕਰਕੇ
ਨਾਮ ਦਾ ਨਿਗ ਮਾਣ ਰਹੇ ਹੋ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ ਹੈ, ਰਹਿਮਤ ਕੀਤੀ ਹੈ। ਆਸਾ ਜੀ ਕੇ ਵਾਰ ਦੇ ਕੀਰਤਨਾਂ ਦੇ ਭੋਗ ਤੋਂ ਉਪਰੰਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦੀ ਵਿਚਾਰ ਕਰਨ ਲਈ ਇਹ ਸੁਭਾਗੀਆਂ ਘੜੀਆਂ ਬਖਸ਼ੀਆਂ ਹਨ। ਆਓ ਇਹਨਾਂ ਘੜੀਆਂ ਨੂੰ ਸਫਲਾ ਬਣਾਈਏ। ਸ਼ਬਦ ਦੇ ਮੂਲ ਨੂੰ ਆਪਣੇ ਮਨ ਦੇ ਵਿੱਚ ਵਸਾ ਕਰਕੇ ਉਸ ਪਰਮਾਤਮਾ ਦੀ ਜੋਤ ਤੱਕ ਜੁੜੀਏ। ਪਰ ਮੇਰੀ ਬੇਨਤੀ ਹੈ, ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਭਾਵਨਾ ਦੇ ਵਿੱਚ ਭਿੱਜ ਕੇ ਸਤਿਗੁਰੂ ਨੂੰ ਨਮਸਕਾਰ ਕਰੀਏ, ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ, ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ। ਨਮਸਕਾਰ ਕਰਨ ਤੋਂ ਭਾਵ ਫਤਿਹ ਦਾ ਨਾਰਾ ਬੁਲੰਦ ਕਰੀਏ। ਤੇ ਮੇਰੀ ਬੇਨਤੀ ਹੈ ਕਿ ਇਤਨੀ ਕੇ ਸ਼ਰਧਾ ਦੇ ਵਿੱਚ, ਇਤਨੇ ਕੇ ਭਾਵਨਾ ਦੇ ਵਿੱਚ ਭਿੱਜ ਕੇ, ਵਿਰਾਗ ਦੇ ਵਿੱਚ ਭਿੱਜ ਕੇ ਗੁਰੂ ਗ੍ਰੰਥ ਸਾਹਿਬ ਨੂੰ ਫਤਿਹ ਬੁਲਾਇਓ ਕਿ ਸਾਡੀ ਬੁਲਾਈ ਹੋਈ ਫਤਿਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਿਹਰ ਭਰੀ ਛੜੀ ਦੀ ਪਾਤਰ ਬਣ ਜਾਵੇ, ਕਿਤੇ ਗੁਰੂ ਸਾਹਿਬ ਦਾ ਤਰਸ ਹੋ ਜਾਵੇ। ਆਓ ਜੀ, ਦੋਨੋਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਨਵਾਓ, ਪ੍ਰੇਮ ਸਹਿਤ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਸੰਤ ਹਿੰਡੋਲ, ਮਹੱਲਾ ਤੀਜਾ, ਘਰ ਦੂਜਾ। ਗੁਰ ਕੀ ਬਾਣੀ ਵਿਟਹੋ ਵਾਰਿਆ ਭਾਈ, ਗੁਰ ਸ਼ਬਦ ਵਿਟਹੋ ਬਲ ਜਾਈ। ਗੁਰ ਸਾਲਾਹੀ ਸਦ ਆਪਣਾ ਭਾਈ, ਗੁਰ ਚਰਣੀ ਚਿਤ ਲਾਈ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਜੋ ਕਿ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ 1177 ਅੰਗ ਤੇ ਪਹੁੰਚ ਚੁੱਕੀ ਹੈ। ਔਰ ਮੈਂ ਬੇਨਤੀ ਕਰਾਂ ਕਿ ਅੱਜ ਦੇ ਪਾਵਨ ਪਵਿੱਤਰ ਸ਼ਬਦ ਨੂੰ ਧੰਨ ਧੰਨ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕਰਦੇ ਨੇ ਤੇ ਗੁਰੂ ਕੇ ਸਿੱਖ ਨੂੰ ਸਮਝਾਉਂਦੇ ਨੇ ਕਿ ਭਾਈ ਸਿੱਖਾ, ਤੇਰਾ ਮਨ ਸੁੱਕਿਆ ਪਿਆ ਹੈ, ਕਿਤੇ ਯਤਨ ਕਰ ਤੇਰੇ ਮਨ ਦੇ ਵਿੱਚ ਵੈਰਾਗ ਦਾ ਮੀਂਹ ਪੈ ਜਾਵੇ, ਕਿਤੇ ਯਤਨ ਕਰ ਇਹਦੇ ਵਿੱਚ ਨਾਮ ਦੀਆਂ ਕਣੀਆਂ ਵਰਤ ਜਾਣ। ਸ਼ਬਦ ਦਾ ਸ਼ੁਰੂਆਤ ਕਰਨ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਦਾ ਮੰਗਲ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਹਿਬ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਭਾਈ ਸਿੱਖੋ, ਇਸ ਸ਼ਬਦ ਦੀ ਵਿਚਾਰ ਦੇ ਵਿੱਚ ਜਿਸ ਪਰਮਾਤਮਾ ਦੀ ਗੱਲ ਕੀਤੀ ਹੈ, ਜਿਸ ਪਰਮਾਤਮਾ ਦੇ ਨਾਮ ਦੀ ਗੱਲ ਕੀਤੀ ਹੈ, ਉਹ ਇੱਕ ਹੈ। ਔਰ ਇੱਕ ਤੋਂ ਭਾਵ ਜਿਤਨਾ ਵੀ ਪਾਸਾਰਾ ਨਜ਼ਰ ਆ ਰਿਹਾ ਹੈ, ਇਸ ਸਾਰੇ ਪਾਸਾਰੇ ਦੇ ਵਿੱਚ ਉਸ ਏਕੇ ਦੀ ਜੋਤ ਲਸ਼ਕਾਰੇ ਪਈ ਮਾਰਦੀ ਹੈ। ਜਿਤਨਾ ਸੰਸਾਰ ਦਾ ਪਾਸਾਰਾ ਨਜ਼ਰ ਆ ਰਿਹਾ ਹੈ, ਸਤਿਗੁਰੂ ਕਹਿੰਦੇ ਇਸ ਸਾਰੇ ਸੰਸਾਰ ਦੇ ਪਾਸਾਰੇ ਦੇ ਵਿੱਚ ਉਸ ਨਿਰੰਕਾਰ ਦੇ ਓੰਕਾਰ ਦੀ ਧੁਨੀ ਗੂੰਜ ਰਹੀ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਓੰਕਾਰ ਦੀ ਧੁਨੀ ਦੇ ਦੁਆਰਾ ਹੀ ਇਹ ਸਾਰਾ ਪਾਸਾਰਾ ਪਸਰ ਰਿਹਾ ਹੈ, ਸਾਰਾ ਪਾਸਾਰਾ ਚੱਲ ਰਿਹਾ ਹੈ। ਪਰ ਸਤਿਗੁਰੂ ਕਹਿੰਦੇ ਨੇ ਉਸ ਇੱਕ ਓੰਕਾਰ ਦੀ ਧੁਨੀ ਅਤੇ ਉਸ ਇੱਕ ਓੰਕਾਰ ਦੀ ਜੋਤ ਦੀ ਸਮਝ ਉਦੋਂ ਪਵੇਗੀ ਜਦੋਂ ਗੁਰੂ ਕਾ ਸਿੱਖ ਗੁਰੂ ਦੇ ਪ੍ਰਸਾਦ ਦਾ ਪਾਤਰ ਬਣ ਜਾਵੇਗਾ।
ਜਦੋਂ ਗੁਰੂ ਦੀ ਬਖਸ਼ਿਸ਼ ਦਾ, ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਵੇਗਾ। ਤੇ ਅੱਗੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਰਾਗ ਬਸੰਤ ਅਤੇ ਹਿੰਡੋਲ ਇਹ ਦੋ ਰਾਗ ਨੇ। ਗੁਰਮਤਿ ਸੰਗੀਤ ਦੀ ਮਰਿਆਦਾ ਤੋਂ ਜਾਣੂ ਕਰ ਸੱਜਣ ਜਾਣਦੇ ਨੇ ਕਿ ਇਨ੍ਹਾਂ ਰਾਗਾਂ ਨੂੰ ਗਾਉਣ ਦੀ ਸ਼ੈਲੀ ਕੀ ਹੈ, ਸਮਾਂ ਕੀ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਰਾਗ ਬਸੰਤ ਅਤੇ ਹਿੰਡੋਲ ਦੇ ਸੁਮੇਲ ਦੇ ਨਾਲ ਇੱਕ ਅਲਾਹੀ ਧੁਨੀ ਦੇ ਵਿੱਚ ਇਨ੍ਹਾਂ ਦੋਨਾਂ ਰਾਗਾਂ ਦੇ ਦੂਸਰੇ ਸੁਰ ਤਾਲ ਦੇ ਵਿੱਚ ਆਪਣੀ ਮੁਬਾਰਕ ਰਸਨਾ ਤੋਂ ਸ਼ਬਦ ਦਾ ਉਚਾਰਨ ਕਰਦੇ ਨੇ ਅਤੇ ਸਮਝਾਉਂਦੇ ਨੇ ਕਿ ਗੁਰ ਕੀ ਬਾਣੀ ਵਿਟਹੋ ਵਾਰਿਆ ਭਾਈ, ਗੁਰ ਸ਼ਬਦ ਵਿਟਹੋ ਬਲ ਜਾਈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਉਹ ਗੁਰੂ ਕੇ ਸਿੱਖ ਨੂੰ ਸਮਝਾਉਂਦੇ ਨੇ ਕਿ ਭਾਈ ਸਿੱਖਾ, ਤੂੰ ਗੁਰੂ ਕੀ ਬਾਣੀ ਦੇ ਉੱਤੋਂ ਵਾਰੇ ਵਾਰੇ ਜਾ, ਬਲਿਹਾਰੇ ਜਾ। ਭਾਵ ਕਿ ਆਪਣੇ ਮਨ ਦਾ ਵਾਰਨਾ ਕਰਦੇ, ਆਪਣੇ ਤਨ ਦਾ ਵਾਰਨਾ ਗੁਰੂ ਕੀ ਬਾਣੀ ਦੇ ਉੱਤੋਂ ਕਰਦੇ। ਸੰਸਾਰ ਦੇ ਵਿੱਚ ਖਾਲਸਾ ਜੀ ਬਾਣੀਆਂ ਬਹੁਤ ਨੇ, ਪਰ ਸਤਿਗੁਰੂ ਨੇ ਲਫ਼ਜ਼ ਵਰਤਿਆ ਗੁਰ ਕੀ ਬਾਣੀ ਵਿਟਹੋ ਵਾਰਿਆ ਭਾਈ। ਤੂੰ ਉਸ ਗੁਰੂ ਕੀ ਬਾਣੀ ਦੇ ਉੱਤੋਂ ਆਪਣੇ ਮਨ ਦਾ, ਆਪਣੇ ਤਨ ਦਾ ਵਾਰਨਾ ਕਰਦੇ, ਜਿਹੜੀ ਗੁਰੂ ਕੀ ਬਾਣੀ ਤੈਨੂੰ ਸੱਚੇ ਨਾਮ ਦੀ ਸੋਝੀ ਕਰਾਉਂਦੀ ਹੈ, ਜਿਹੜੀ ਗੁਰੂ ਕੀ ਬਾਣੀ ਤੈਨੂੰ ਤੇਰੇ ਆਪੇ ਤੋਂ ਜਾਣੂ ਕਰਾਉਂਦੀ ਹੈ। ਤੂੰ ਉਸ ਗੁਰਬਾਣੀ ਦੇ ਉੱਤੋਂ ਸਦਕੇ ਜਾ, ਵਾਰੇ ਵਾਰੇ ਜਾ। ਔਰ ਮੈਂ ਬੇਨਤੀ ਕਰਾਂ ਖਾਲਸਾ ਜੀ, ਪ੍ਰਸ਼ਨ ਇਹ ਉੱਠਦਾ ਹੈ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਉੱਤੋਂ ਵਾਰੇ ਵਾਰੇ ਜਾਈਏ ਕਿਸ ਤਰ੍ਹਾਂ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਉੱਤੋਂ ਸਦਕੇ ਜਾਈਏ ਕਿਸ ਤਰ੍ਹਾਂ? ਪਰ ਇਹ ਸਮਝਣ ਤੋਂ ਪਹਿਲਾਂ ਇਹ ਵੀ ਸਮਝਣਾ ਪਵੇਗਾ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਉੱਪਰੋਂ ਵਾਰੇ ਵਾਰੇ ਜਾਣਾ ਕਿਉਂ ਹੈ? ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਉੱਤੋਂ ਸਦਕੇ ਜਾਣਾ ਕਿਉਂ ਹੈ? ਮੈਂ ਬੇਨਤੀ ਕਰਾਂ ਖਾਲਸਾ ਜੀ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ, ਜਿਨ੍ਹਾਂ ਦੇ ਪਰਥਾਏ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਨੇ ਕਿ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਮੋਲਕ ਪਾਇਆ। ਤੇਰੀ ਭਗਤ ਭਰੇ ਭੰਡਾਰਾ, ਸਮੁੰਦ ਵਰੋਲ ਸਰੀਰ ਹਮ ਦੇਖਿਆ, ਇਕ ਵਸਤ ਅਨੂਪ ਦਿਖਾਈ। ਗੁਰ ਗੋਵਿੰਦ ਗੋਵਿੰਦ ਗੁਰੂ ਹੈ, ਨਾਨਕ ਭੇਦ ਨ ਪਾਈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਸਿੱਖਾ, ਜਿਵੇਂ ਇੱਕ ਸਮੁੰਦਰ ਦੇ ਵਿੱਚ ਬਹੁਤ ਹੀ ਪ੍ਰਕਾਰ ਦੇ ਰਤਨ ਪਦਾਰਥ ਮੌਜੂਦ ਹੁੰਦੇ ਨੇ, ਬਸ ਉਸੇ ਤਰ੍ਹਾਂ ਇਸ ਸਰੀਰ ਨੂੰ ਵੀ ਇੱਕ ਸਮੁੰਦਰ ਦੀ ਨਿਆਈ ਕਰਕੇ ਜਾਣੋ। ਇਸ ਸਰੀਰ ਦੇ ਵਿੱਚ ਵੀ ਰਤਨ ਪਦਾਰਥ ਮੌਜੂਦ ਨੇ। ਰਤਨ ਪਦਾਰਥ ਮੌਜੂਦ ਨੇ ਪਰਮਾਤਮਾ ਦੇ ਪ੍ਰਤੀ ਵੈਰਾਗ ਦੇ, ਰਤਨ ਪਦਾਰਥ ਮੌਜੂਦ ਨੇ ਪਰਮਾਤਮਾ ਦੇ ਪ੍ਰਤੀ ਸਾਡੇ ਅੰਦਰ ਭਾਵਨਾ ਜਾਗ ਪਵੇ। ਇਹਦੇ ਅੰਦਰ ਰਤਨ ਪਦਾਰਥ ਮੌਜੂਦ ਨੇ ਨਾਮ ਦੇ। ਸਾਹਿਬ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪਦਾਰਥ ਤੇ ਮੌਜੂਦ ਨੇ, ਪਰ ਮਿਲਦੇ ਉਹਨਾਂ ਨੂੰ ਨੇ ਜਿਨ੍ਹਾਂ ਨੇ ਆਪਣੀ ਸੁਰਤ ਨੂੰ ਸ਼ਬਦ ਦੀ ਧੁਨੀ ਦੇ ਨਾਲ ਮੇਲ ਕੇ ਆਪਣੇ ਚਿੱਤ ਨੂੰ ਬਾਣੀ ਦੇ ਨਾਲ ਜੋੜ ਲਿਆ, ਬਾਣੀ ਦਾ ਪੱਲਾ ਫੜ ਲਿਆ। ਮਹਾਰਾਜ ਕਹਿੰਦੇ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ। ਜਿਹੜੇ ਗੁਰਬਾਣੀ ਦਾ ਪੱਲਾ ਨਹੀਂ ਛੱਡਦੇ ਉਹਨਾਂ ਨੂੰ ਇਹ ਰਤਨ ਪਦਾਰਥ ਮਿਲਦੇ ਆ। ਉਹਨਾਂ ਦੇ ਮਨਾਂ ਤੋਂ ਖਾਲਸਾ ਜੀ ਬੇਚੈਨੀ ਦੂਰ ਹੁੰਦੀ ਹੈ, ਉਹਨਾਂ ਦੇ ਮਨਾਂ ਤੋਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਨਾਮ ਰਤਨ ਪਦਾਰਥ ਪ੍ਰਾਪਤ ਹੋ ਜਾਵੇ। ਪਰ ਪ੍ਰਾਪਤ ਉਹਨਾਂ ਨੂੰ ਹੁੰਦਾ ਏ। ਪਹਿਲਾਂ ਮੈਂ ਇਹ ਬੇਨਤੀ ਕਰਾਂ ਕਿ ਇਹ ਤੇ ਨਿਰੰਕਾਰ ਦੇ ਨਾਮ ਰੂਪੀ ਰਤਨ ਪਦਾਰਥ ਦੀ ਗੱਲ ਕੀਤੀ ਹੈ। ਜੇ ਆਪਾਂ ਕਿਤੇ ਸੰਸਾਰ ਦਾ ਅਨੁਭਵ ਕਰੀਏ ਨਾ
ਸੰਸਾਰ ਦੇ ਵਿੱਚ ਵੀ ਜਿਸ ਬੰਦੇ ਨੂੰ ਖਾਲਸਾ ਜੀ ਇੱਕ ਬਹੁਤ ਅਮੁੱਲ ਵਸਤੂ ਮਿਲ ਜਾਵੇ, ਇੱਕ ਬਹੁਤ ਅਮੁੱਲ ਪਦਾਰਥ ਮਿਲ ਜਾਵੇ, ਉਹ ਬੰਦਾ ਚਾਹੇ ਚਾਹੀ ਭੱਜਦਾ ਏ, ਖੁਸ਼ੀ ਵਿੱਚ ਉਹ ਭੱਜਦਾ ਏ, ਉਹਨੂੰ ਚਾਹ ਚੜ ਜਾਂਦਾ ਹੈ। ਪਰ ਜੇ ਸੰਸਾਰ ਦੀ ਮਿਲੀ ਹੋਈ ਅਮੋਲਕ ਵਸਤੂ ਰਤਨ ਗਵਾਚ ਜਾਵੇ, ਚੋਰੀ ਹੋ ਜਾਵੇ, ਖਤਮ ਹੋ ਜਾਵੇ, ਤੇ ਕਹਿੰਦੇ ਨੇ ਦੁਬਾਰਾ ਫਿਰ ਨਾਮੋਸ਼ੀ ਆ ਜਾਂਦੀ ਹੈ। ਇਹੋ ਕਾਰਨ ਹੈ ਕਿ ਕਈ ਵਾਰ ਸੰਸਾਰ 'ਚ ਕੋਈ ਸੰਸਾਰਕ ਅਹੁਦੇ ਦੀ ਜਾਂ ਪਦਾਰਥ ਦੀ ਜਦੋਂ ਪ੍ਰਾਪਤੀ ਹੋ ਜਾਵੇ ਨਾ, ਬੰਦਾ ਬਹੁਤ ਜ਼ਿਆਦਾ ਚਾਅ ਵਿੱਚ ਆ ਜਾਂਦਾ ਹੈ। ਪਰ ਜਦੋਂ ਸੰਸਾਰਕ ਪਦਾਰਥ ਗਵਾਚ ਜਾਵੇ, ਖਤਮ ਹੋ ਜਾਵੇ, ਦੁਬਾਰਾ ਫਿਰ ਨਾਮੋਸ਼ੀ ਆ ਜਾਂਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਤੂੰ ਸੰਸਾਰ ਦਾ ਰਤਨ ਲੱਭ ਰਿਹਾ ਹੈ, ਯਤਨ ਕਰ ਨਿਰੰਕਾਰ ਦਾ ਨਾਮ ਰਤਨ ਲੱਭ ਲੈ। ਇਹ ਕਦੇ ਮੁੱਕੇਗਾ ਨਹੀਂ, ਇਹ ਕਦੇ ਚੋਰੀ ਨਹੀਂ ਹੋਵੇਗਾ, ਤੇ ਇਹ ਕਦੇ ਖਤਮ ਨਹੀਂ ਹੋਵੇਗਾ। ਜੇ ਨਿਰੰਕਾਰ ਦਾ ਰਤਨ ਲੱਭ ਲਿਆ, ਸੱਚ ਜਾਣੀ ਗੁਰੂ ਕਿਹਾ ਸਿੱਖਾ ਸਦਾ ਲਈ ਵਿਗਾਸ ਬਣ ਜਾਵੇਗਾ। ਨਾਨਕ ਭਗਤਾ ਸਦਾ ਵਿਗਾਸ। ਜਿਹੜੇ ਬਾਣੀ ਪੜ੍ਹਦੇ ਨੇ, ਜਿਹੜੇ ਅਭਿਆਸ ਕਰਦੇ ਨੇ, ਉਹਨਾਂ ਦੇ ਚਿਹਰਿਆਂ ਤੇ ਜਲਾਲ ਹੈ, ਉਹਨਾਂ ਦੇ ਚਿਹਰਿਆਂ ਤੇ ਖੇੜਾ ਹੈ। ਮਹਾਰਾਜ ਕਹਿੰਦੇ ਸੰਸਾਰ ਦੇ ਰਤਨ ਇੱਕ ਦਿਨ ਮੁੱਕ ਜਾਣਗੇ, ਤੂੰ ਨਿਰੰਕਾਰ ਦੇ ਰਤਨ ਦੀ ਸਾਂਭ ਕਰ ਲੈ। ਪਰ ਉਹ ਰਤਨ ਪ੍ਰਾਪਤ ਕਿਵੇਂ ਹੋਵੇਗਾ? ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਸੋਹਣਾ ਬਚਨ ਕੀਤਾ। ਉਹ ਕਹਿੰਦੇ ਨੇ ਜੇ ਰਤਨ ਨੂੰ ਪਦਾਰਥ ਕਰਨਾ ਕੁਝ ਕੇ ਉਦਾਹਰਣ ਸਮਝ ਲਓ ਸੰਸਾਰ ਦੇ। ਕਿਉਂਕਿ ਮੈਂ ਅਕਸਰ ਬੇਨਤੀ ਕਰਦਾ ਪਿਆਰਿਓ, ਦੋ ਯਾਤਰਾ ਨੇ ਬੰਦੇ ਲਈ, ਇੱਕ ਸੰਸਾਰ ਦੀ ਯਾਤਰਾ ਤੇ ਇੱਕ ਨਿਰੰਕਾਰ ਦੀ ਯਾਤਰਾ। ਸੰਸਾਰ ਦੀ ਯਾਤਰਾ ਆਪਾਂ ਸਾਰੇ ਕਰ ਰਹੇ ਹਾਂ, ਹੈਰਾਨੀ ਦੀ ਗੱਲ ਹੈ ਨਿਰੰਕਾਰ ਦੀ ਯਾਤਰਾ ਵੱਲ ਧਿਆਨ ਹੀ ਕਿਸੇ ਦਾ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਸੰਸਾਰ ਦੀ ਯਾਤਰਾ ਦੇ ਵਿੱਚ ਵਾਪਰ ਰਹੇ ਹਾਦਸਿਆਂ ਤੋਂ ਉਦਾਹਰਣ ਲੈ ਕੇ ਨਿਰੰਕਾਰ ਦੀ ਯਾਤਰਾ ਸ਼ੁਰੂ ਕਰਦੇ। ਤੇ ਕਹਿੰਦੇ ਨੇ ਕਿਵੇਂ ਪਦਾਰਥ ਮੌਜੂਦ ਹੋਣਗੇ, ਪ੍ਰਾਪਤ ਹੋਣਗੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਬਿੱਤ ਵਿੱਚ ਬਚਨ ਕਰਦੇ ਹਨ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨਿਹਚੈ ਪ੍ਰਸਾਦ ਪਾਵਹੀ। ਜੈਸੇ ਪਰਵਤ ਹੀਰਾ ਮਾਨਕ ਪਾਰਸ ਸਿੱਧ, ਖਨਵਾਰਾ ਖਨ ਜਗ ਵਿਖੈ ਪ੍ਰਗਟਾਵਹੀ। ਜੈਸੇ ਬਨ ਵਿਖੈ ਮਲਿਆਗਰ ਸੋਦਾ ਕਪੂਰ, ਸੋਦ ਕੈ ਸੁਭਾਸੀ ਸੁਬਾਸ ਬਹਿਸਾਵਹੀ। ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨੇ ਪਜਾਵਹੀ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਆ, ਗੁਰੂ ਕਿਆ ਸਿੱਖਾ ਰਤਨ ਪਦਾਰਥ ਮੌਜੂਦ ਨੇ, ਪਰ ਮਿਲਦੇ ਕਿਵੇਂ ਨੇ? ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਅਨੇਕਾਂ ਹੀ ਤਰ੍ਹਾਂ ਦੇ ਰਤਨ, ਮੋਤੀ, ਮਾਣਕ ਪਦਾਰਥ ਮੌਜੂਦ ਨੇ, ਪਰ ਕਹਿੰਦੇ ਨੇ ਜਿਹੜਾ ਹੰਸ ਆਪਣੇ ਸਵਾਸਾਂ ਨੂੰ ਰੋਕਣ ਦਾ ਸਾਧਨਾ ਕਰਕੇ, ਆਪਣੇ ਸਵਾਸਾਂ ਨੂੰ ਰੋਕਣ ਦੀ ਸਾਧਨਾ ਕਰਕੇ ਸਮੁੰਦਰ ਵਿੱਚ ਚੁੱਭੀ ਲਾਉਂਦਾ ਏ, ਉਸੇ ਹੰਸ ਨੂੰ ਰਤਨ ਪਦਾਰਥ ਪ੍ਰਾਪਤ ਹੁੰਦੇ ਨੇ। ਸੱਚ ਜਾਣੀ ਜਿਹੜਾ ਗੁਰੂ ਕਾ ਸਿੱਖ ਆਪਣੇ ਸਵਾਸਾਂ ਗਿਰਾਸਾਂ ਦੀ ਸਾਧਨਾ ਕਰਕੇ ਸਿਮਰਨ ਦਾ ਅਭਿਆਸ ਕਰਦਾ ਏ, ਵਾਹਿਗੁਰੂ ਦਾ ਅਭਿਆਸ ਕਰਦਾ ਏ, ਉਸੇ ਗੁਰਸਿੱਖ ਰੂਪ ਪਰਮ ਹੰਸ ਨੂੰ ਨਾਮ ਰਤਨ ਦੀ ਪ੍ਰਾਪਤੀ ਹੁੰਦੀ ਹੈ। ਤੇ ਦੂਸਰਾ ਉਦਾਹਰਣ ਭਾਈ ਸਾਹਿਬ, ਭਾਈ ਗੁਰਦਾਸ ਜੀ ਲਿਖਦੇ ਆ, ਕਹਿੰਦੇ ਨੇ ਜੈਸੇ ਬਨ ਵਿਖੈ ਮਲਿਆਗਰ ਸੋਦਾ ਕਪੂਰ, ਸੋਧ ਕੈ ਸੁਬਾਸੀ ਸੁਬਾਸ ਬਹਿਸਾਵਹੀ। ਕਹਿੰਦੇ ਨੇ ਜਿਵੇਂ ਜੰਗਲ ਦੇ ਵਿੱਚ ਅਨੇਕਾਂ ਹੀ ਤਰ੍ਹਾਂ ਦੀਆਂ ਸੁਗੰਧੀਆਂ ਮੌਜੂਦ ਨੇ, ਅਨੇਕਾਂ ਹੀ ਤਰ੍ਹਾਂ ਦੀਆਂ ਚੰਦਨ ਜਿਹੀਆਂ ਸੁਗੰਧੀਆਂ, ਕਪੂਰ ਜਿਹੀਆਂ ਸੁਗੰਧੀਆਂ ਉੱਥੇ ਮੌਜੂਦ ਨੇ, ਪਰ ਮਿਲਦੇ ਉਹਨਾਂ ਨੂੰ ਨੇ ਜਿਨ੍ਹਾਂ ਨੂੰ ਸੁਗੰਧੀ ਲੈਣ ਦੀ ਸੋਝੀ ਹੋਵੇ। ਤੀਸਰਾ ਉਦਾਹਰਣ ਭਾਈ ਸਾਹਿਬ, ਭਾਈ ਗੁਰਦਾਸ ਜੀ ਦਿੰਦੇ ਆ ਕਿ ਭਾਵੇਂ ਸੰਸਾਰ ਦੇ ਵਿੱਚ ਅਨੇਕਾਂ ਹੀ ਤਰ੍ਹਾਂ ਦੇ ਸੰਸਾਰਕ ਪਦਾਰਥ ਵੀ ਮੌਜੂਦ ਹੋਣ, ਪਰ ਜਦੋਂ ਤੱਕ ਬੰਦਾ ਉਹਦਾ ਆਪਣਾ ਉਪਰਾਲਾ ਨਾ ਕਰੇ, ਯਤਨ ਨਾ ਕਰੇ, ਉਹ ਸੰਸਾਰ ਦੇ ਪਦਾਰਥ ਨੂੰ ਵੀ ਪ੍ਰਾਪਤ ਨਹੀਂ ਕਰ ਸਕਦਾ। ਬਸ ਇਸੇ ਤਰ੍ਹਾਂ ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨੇ ਪਜਾਵਹੀ। ਕਹਿੰਦੇ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਹਰੇਕ ਤਰ੍ਹਾਂ ਦੇ ਪਦਾਰਥ ਨੇ, ਪਰ ਜਿਹੜਾ ਗੁਰੂ ਕਾ ਸਿੱਖ ਗੁਰੂ ਅੱਗੇ ਤਰਲਾ ਪਾ ਕੇ ਸਹਿਜ ਪਾਠ ਕਰਦਾ ਹੈ, ਸਹਿਜ ਪਾਠ ਕਰਨ ਦੇ ਨਾਲ ਬਾਣੀ ਦੀ ਵਿਚਾਰ ਕਰਦਾ ਹੈ, ਕਹਿੰਦੇ ਨੇ ਗੁਰਬਾਣੀ ਵਿੱਚੋਂ ਰਤਨ ਪਦਾਰਥ ਉਸੇ ਨੂੰ ਪ੍ਰਾਪਤ ਹੁੰਦੇ ਨੇ।
ਲੋੜ ਹੈ ਸਹਿਜ ਪਾਠ ਕਰਨ ਦੀ, ਗੁਰਬਾਣੀ ਦੀ ਵਿਚਾਰ ਮਨ ਦੇ ਵਿੱਚ ਧਾਰਨ ਦੀ। ਤਾਂ ਹੀ ਆਪਾਂ ਗੁਰੂ ਕੀ ਬਾਣੀ ਦੇ ਉੱਤੋਂ ਵਾਰੇ-ਵਾਰੇ ਜਾ ਸਕਦੇ ਹਾਂ, ਬਲਿਹਾਰੇ ਜਾ ਸਕਦੇ ਹਾਂ, ਸਦਕੇ ਜਾ ਸਕਦੇ ਹਾਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੇ ਕਿਰਪਾ ਕਰਕੇ ਸਾਡੇ ਅੰਦਰ ਨਾਮ ਦੀ ਜਾਗ ਲਾ ਦੇਣ ਤਾਂ ਨਾਮ ਰਤਨ ਪਦਾਰਥ ਵੀ ਪ੍ਰਾਪਤ ਕਰ ਸਕਦੇ ਹਾਂ। ਸੋ ਖਾਲਸਾ ਜੀ, ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ ਕਿ ਭਾਈ ਜੇ ਗੁਰੂ ਕੀ ਬਾਣੀ ਦੇ ਉੱਤੋਂ ਵਾਰੇ-ਵਾਰੇ ਜਾਣਾ ਚਾਹੁੰਦਾ ਹੈ, ਗੁਰੂ ਕੀ ਬਾਣੀ ਦੇ ਉੱਤੋਂ ਸਦਕੇ ਜਾਣਾ ਚਾਹੁੰਦਾ ਹੈ, जरा सोचिया ही कि गुरु की बाणी तो वारे किवें जाएगा। जे गुरु की बाणी तो वारे जाना चाहना फिर दूसरा काम करी, गुर सा लाही सद अपना पाई, गुर चरणी चित लाई। कहंदे जे गुरु की बाणी दे उत्तों वारे वारे जाना चाहना है, सदके जाना चाहना है, फिर गुर सा लाही गुरु दी सिफत सलाह करया करी। ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦੀ ਬੰਦਗੀ ਇਬਾਦਤ ਕਰਿਆ ਕਰੀ। ਜੇ ਗੁਰੂ ਦੇ ਉੱਤੋਂ ਵਾਰੇ-ਵਾਰੇ ਜਾਣਾ ਚਾਹੁੰਦਾ ਹੈ, ਪਰ ਨਾਲ ਹੀ ਬਚਨ ਕਰ ਦਿੱਤਾ ਗੁਰ ਸਾਲਾਹੀ ਸਦ ਆਪਣਾ ਭਾਈ। ਕਹਿੰਦੇ ਜੇ ਗੁਰੂ ਕੀ ਬਾਣੀ ਨੂੰ ਸਲਾਉਣਾ ਚਾਹੁੰਦਾ ਹੈ, ਸਿਫਤ ਸਲਾਹ ਕਰਨੀ ਚਾਹੁੰਦਾ ਹੈ, ਬਾਣੀ ਪੜ੍ਹਨੀ ਚਾਹੁੰਦਾ ਹੈ, ਫਿਰ ਇੱਕ ਕੰਮ ਕਰੀ, ਸਦਾ ਸਦਾ ਹੀ ਉਹਨੂੰ ਧਿਆਇਆ ਕਰੀ, ਕਿਤੇ ਕਾਲ ਦੇ ਗੇੜ ਵਿੱਚ ਫਸ ਜਾਵੇਂ। ਮੇਰੇ ਕਹਿਣ ਤੋਂ ਮੁਰਾਦ कि जदों प्यारिओ बाणी पढ़ीए फिर घड़ी वाल ना तकीए, क्योंकि जदों चेते अकाल नूं करना होवे ना फिर काल विच सुरत अलझाउण दा कोई लाभ नहीं हुंदा। काल की है समा, काल की है एक घड़ी दियां सूइयां। सतगुरु कहंदे जदों अकाल नूं चेते करना होवे फिर तेरी सुरत भी काल तो रहत अकाल विच जुड़ी होनी चाहिदी है, काल विच नहीं। सो धन गुरु अमरदास साहब सच्चे पातशाह बख्शिश करदे ने कि गुरु क्या सिखा सदा अठे पैर परमात्मा दी सिफत सलाह करया कर। सिफत सलाह तो भाव अपने अंदर गुरु ग्रंथ साहब दी बाणी प्रति भावना शरधा वैराग जगा के रखिया कर। यह सिक्खी दी रहत है प्यारिओ। इतिहास दे विच बचन है कि धन गुरु अमरदास साहब सच्चे पातशाह जियां नूं ब्रह्म ज्ञानी बाबा बुढ़ा साहब जी ने एक बार प्रश्न किया कि सतगुरु सिक्खी दी रहत मर्यादा की है, सिक्खी दी रहनी की है, सिख दी रहनी किहो जी होवे जिस रहनी दा सदका गुरु का सिख आप नूं प्यारा लगेगा। ते धन गुरु अमरदास साहब सच्चे पातशाह दे उस वेले इतिहासक बोल सन। कहन लगे बाबा बुढ़ा साहब जी नूं कि गुरवाक जिन दृढ़ कर माने सो मम प्यारो सिख महाने। बाबा जी बाबा बुढ़ा साहब जी नूं गुरु अमरदास कह रहे आ, बाबा जी जेड़ा गुरु का सिख गुरु के हुक्म नूं गुरु के बचन नूं ऐ तत्पर त्यार बर त्यार हो के मन्नेगा, सच जानियो ओ सिख मैनू मेरे प्राणा तो भी प्यारा लगदा है। इहो गल है ताई गुरु गोबिंद सिंह जी ने कहा खालसा मेरी जान की जान। महाराज कहंदे मेरी जान की जान खालसा सिख। एक मां अपने बच्चे नूं कहंदी है तू मेरी जान है। गुरु गोबिंद सिंह महाराज कहंदे तू मेरे बच्चियां तो भी वध के तू मेरी जान की जान है। पर जेड़ा रह नहीं रहा सोई सिख मेरा जेड़ा रहत मर्यादा विच परपक होवे। धन गुरु अमरदास महाराज कहन लगे बाबा बुढ़ा साहब जी नूं गुर वाक जिन दृढ़ कर माने सो मम प्यारो सिख महाने। प्रभु स्वरूप हृदय मैं धारो गुरबाणी को हृदय विचारो। बाबा जी गुरु दे बचन नूं गुरु दे हुक्म नूं तत्पर होके त्यार बर त्यार होके मन्ने। ते गुरु का हुक्म की है? कहंदे प्रभु स्वरूप शब्द नूं गुर शब्द नूं अपने मन दे विच धारण करे, गुण को धावै अवगुण धोवै। गुर शब्द दे अभ्यास दे नाल पापां दी मैल नूं अवगुणां दी मैल नूं धो के ते गुरबाणी को हृदय विचारो। गुरबाणी दी नित विचार करया करे। ओ सिख मैनू प्यारा लगदा है। ये रहत है सिक्खी दी, ये गुरसिक्खी दी रहनी है। सो धन गुरु अमरदास साहब सच्चे पातशाह दे बोल अज भी गुरु के सिखां नूं यही ने कि भाई गुरसिखो जिस गुरु नूं रोज नतमस्तक हुंदे हो नमस्कार करदे हो, जे उस तो सदके जाना है बलिहारे जाना है, जे असली नमस्कार करनी है फिर एक काम करो गुर सालाही सद अपना भाई।
ਗੁਰ ਚਰਣੀ ਚਿਤ ਲਾਈ, ਗੁਰੂ ਨੂੰ ਸਲਾਈ, ਗੁਰੂ ਦੇ ਚਰਨਾਂ ਨਾਲ ਚਿੱਤ ਜੋੜੀ। ਪਰ ਮੈਂ ਬੇਨਤੀ ਕਰਾਂ ਕਿ ਗੁਰੂ ਨੂੰ ਸਲਾਉਣਾ ਕੀ ਹੈ, ਗੁਰੂ ਦੇ ਚਰਨਾਂ ਦੇ ਨਾਲ ਚਿੱਤ ਜੋੜਨਾ ਕੀ ਹੈ? ਕੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਆਪਣੀ ਸੁਰਤ ਨੂੰ ਵਸਾਉਣਾ? ਪਿਆਰ ਵਾਲਿਓ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿੰਨਾਂ ਦੇ ਚਰਨਾਂ ਦੇ ਭੋਰੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ। ਮੈਂ ਬੇਨਤੀ ਕਰਾਂ ਕਿ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਲਗੀਧਰ ਦੇ ਦਰਸ਼ਨ ਕਰਨੇ ਨੇ, ਫਿਰ ਭਾਈ ਨੰਦ ਲਾਲ ਦੀ ਅੱਖ ਦੇ ਨਾਲ ਕਰੀਏ। ਉਹੋ ਜਿਹੀ ਸਾਡੇ ਅੰਦਰ ਭਾਵਨਾ ਹੋਵੇ ਭਾਈ ਨੰਦ ਲਾਲ ਸਾਹਿਬ ਜੀ। ਭਾਈ ਨੰਦ ਲਾਲ ਸਾਹਿਬ ਜੀ ਉਹ ਕਹਿੰਦੇ ਨੇ, ਗੁਰੂ ਕਿਉ ਸਿੱਖੋ ਕਦੇ ਰੂਹ ਦੇ ਨਾਲ ਭਾਵਨਾ ਦੇ ਨਾਲ ਤੱਕਿਓ। ਕਲਗੀਧਰ ਪਾਤਸ਼ਾਹ ਨੇ ਤੇ ਜਿਸ ਧਰਤੀ ਤੇ ਆਪਣੇ ਮੁਬਾਰਕ ਚਰਨ ਪਾ ਦਿੱਤੇ, ਉਸ ਧਰਤੀ ਦੇ ਤੇ ਮੰਗਤੇ ਵੀ ਪਾਤਸ਼ਾਹੀਆਂ ਵੰਡਦੇ ਨੇ। ਆ ਕੇ ਗੁਰੂ ਕੇ ਚਰਨਾਂ ਤੇ ਨਮਸਕਾਰ ਕਰੋ। ਭਾਈ ਨੰਦ ਲਾਲ ਸਾਹਿਬ ਨੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਦਿਨ ਪ੍ਰਸ਼ਨ ਕੀਤਾ, ਤੇ ਮੈਂ ਸਮਝਦਾ ਉਹ ਪ੍ਰਸ਼ਨ ਦਾ ਜਵਾਬ ਸਾਡੇ ਲਈ ਸੀ। ਕਿਉਂਕਿ ਪਿਆਰਿਓ, ਆਪਾਂ ਆਪਣੇ ਪਿਓ ਨੂੰ ਭੁੱਲਦੇ ਜਾ ਰਹੇ ਹਾਂ, ਆਪਣੀ ਮਾਂ ਨੂੰ, ਮਾਤਾ ਸਾਹਿਬ ਕੌਰ, ਪਿਓ ਗੁਰੂ ਗੋਬਿੰਦ ਸਿੰਘ ਨੂੰ ਭੁੱਲਦੇ ਜਾ ਰਹੇ। ਗੁਰੂ ਕੇ ਸਿੱਖ ਨੂੰ ਚਾਹੀਦਾ ਆ ਕੇ ਅਰਦਾਸ ਕਰੇ ਆਪਣੇ ਮੁਰਸ਼ਦ ਅੱਗੇ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਕਿਤੇ ਮੈਨੂੰ ਮੇਰੇ ਮਾਤਾ ਪਿਤਾ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਦੇ ਦਰਸ਼ਨ ਕਰਾ। ਤੇ ਦਰਸ਼ਨ ਕੀ ਨੇ? ਗੁਰੂ ਕੇ ਚਰਨਾਂ ਨੂੰ ਮਨ ਦੇ ਵਿੱਚ ਵਸਾਉਣਾ ਕੀ ਹੈ? ਭਾਈ ਨੰਦ ਲਾਲ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਨੇ ਕਿ ਹਜੂਰ ਜੀ, ਤੁਮ ਜੋ ਕਹਾ ਗੁਰਦੇਵ ਜੀ, ਦਰਸ਼ਨ ਕਰ ਮੋਹਿ ਆਏ, ਲਖੀਏ ਤੁਮਰਾ ਦਰਸ ਕਹਾਂ, ਕਹੋ ਮੋਹਿ ਸਮਝਾਏ। ਪਾਤਸ਼ਾਹ ਤੁਸੀਂ ਕਹਿੰਦੇ ਹੋ ਕਿ ਗੁਰੂ ਕਾ ਸਿੱਖ ਨਿਤ ਉੱਠ ਕੇ ਮੇਰੇ ਦਰਸ਼ਨ ਕਰੇ, ਭਾਵ ਕਿ ਗੁਰੂ ਕੇ ਦਰਸ਼ਨ ਕਰੇ। ਪਰ ਪਾਤਸ਼ਾਹ ਜੀ, ਕਲਗੀਧਰ ਜੀ, ਆਪ ਜੀ ਦੇ ਦਰਸ਼ਨ ਗੁਰੂ ਕਿਆਂ ਸਿੱਖਾਂ ਨੂੰ ਕਿਵੇਂ ਹੋਣਗੇ? ਜਰਾ ਮੈਨੂੰ ਸਮਝਾਉਣਾ ਕਰੋ। ਲਖੀਏ ਤੁਮਰਾ ਦਰਸ ਕਹਾਂ, ਕਹੋ ਮੋਹਿ ਸਮਝਾਏ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਬੋਲ ਸਨ, ਨੰਦ ਲਾਲ ਜੀ, ਜੋ ਸਿੱਖ ਗੁਰ ਦਰਸ਼ਨ ਕੀ ਚਾਹੇ, ਦਰਸ਼ਨ ਕਰੋ ਗ੍ਰੰਥ ਜੀ ਆਹੇ। ਇਹ ਗੁਰੂ ਨੂੰ ਸਲਾਉਣਾ ਏ ਪਿਆਰਿਓ, ਗੁਰੂ ਪ੍ਰਤੀ ਭਾਵਨਾ ਹੋਵੇ। ਮੈਂ ਕਈ ਵਾਰ ਸੋਚਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਾ ਮੁਰਸ਼ਦ ਕੋਈ ਵੀ ਨਹੀਂ। ਜੇ ਕੋਈ ਇਹਨਾਂ ਦੇ ਵਿੱਚੋਂ ਵਿਗਿਆਨ ਲੈਣ ਦੀ ਭਾਵਨਾ ਨਾਲ ਆਵੇ, ਮਹਾਰਾਜ ਨੂੰ ਵਿਗਿਆਨਕ ਬਣਾ ਦਿੰਦੇ ਨੇ। ਜੋ ਕੋਈ ਗਿਆਨ ਲੈਣ ਦੀ ਭਾਵਨਾ ਨਾਲ ਆਵੇ, ਉਹਨੂੰ ਗਿਆਨੀ ਬਣਾ ਦਿੰਦੇ ਨੇ। ਜੇ ਕੋਈ ਬ੍ਰਹਮ ਦੀ ਸੋਝੀ ਲੈਣ ਲਈ ਪਾਤਸ਼ਾਹ ਕੋਲ ਆਵੇ, ਮਹਾਰਾਜ ਉਹਨੂੰ ਬ੍ਰਹਮ ਗਿਆਨੀ ਬਣਾ ਦਿੰਦੇ ਨੇ। ਜੇ ਕੋਈ ਸੇਵਾ ਕਰਨ ਸਿੱਖਣ ਲਈ ਆਵੇ, ਉਹਨੂੰ ਸੇਵਾਦਾਰ ਬਣਾ ਦਿੰਦੇ ਨੇ। ਐਸੇ ਗੁਰੂ ਤੋਂ ਵਾਰੇ ਵਾਰੇ ਜਾਈਏ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਜਿਹੜਾ ਮੇਰੇ ਦਰਸ਼ਨ ਕਰਨੇ ਚਾਹੁੰਦਾ ਨਾ, ਉਹ ਆ ਕੇ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਭਾਵਨਾ ਨਾਲ ਦਰਸ਼ਨ ਕਰ ਲੇ। ਸੱਚੀ ਗੱਲ ਜੇ ਖਾਲਸਾ ਜੀ, ਜੇ ਕਿਤੇ ਗੁਰੂ ਕਾ ਸਿੱਖ ਭਾਵਨਾ ਦੇ ਵਿੱਚ ਭਿੱਜ ਕੇ, ਵਿਰਾਗ ਦੇ ਵਿੱਚ ਭਿੱਜ ਕੇ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਆ ਕੇ ਕਿਤੇ ਕਲਗੀਧਰ ਪਾਤਸ਼ਾਹ ਨੂੰ ਪੁਕਾਰ ਲਾਵੇ ਨਾ ਕਿ ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ ਦਿਖਾਏ ਜੀ। ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇ, ਸੱਚ ਜਾਣਿਓ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਣਗੇ। ਗੱਲ ਭਾਵਨਾ ਦੀ ਹੈ। ਕਿਉਂਕਿ ਖਾਲਸਾ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਉਹ ਅੱਜ ਵੀ ਹਾਜ਼ਰ ਨਾਜ਼ਰ ਨੇ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਹੋਵੇ। ਸੋ ਭਾਈ ਨੰਦ ਲਾਲ ਸਾਹਿਬ ਨੂੰ ਕਹਿਣ ਲੱਗੇ ਨੇ ਕਿ ਜੋ ਸਿੱਖ ਗੁਰ ਦਰਸ਼ਨ ਕੀ ਚਾਹੇ, ਦਰਸ਼ ਕਰੋ ਗ੍ਰੰਥ ਜੀ ਆਹੇ। ਤੇ ਕਹਿੰਦੇ ਕੇਵਲ ਇਤਨਾ ਹੀ ਨਹੀਂ, ਕਈ ਵਾਰ ਬੰਦਾ ਨਾ ਬਹੁਤ ਪਰੇਸ਼ਾਨ ਹੁੰਦਾ, ਆਪਣੇ ਮਨ ਦੀ ਗੱਲ ਦੱਸਣ ਲਈ, ਦੁੱਖ ਦੀ ਗੱਲ ਦੱਸਣ ਲਈ ਕਦੇ ਨਾ ਕਦੇ ਕਿਸੇ ਲੱਭਦਾ ਹੈ ਵੀ ਮੈਨੂੰ ਕੋਈ ਲੱਭੇ, ਮੈਂ ਆਪਣੇ ਮਨ ਦਾ ਦੁੱਖ ਫਰੋਲਾਂ। ਮਹਾਰਾਜ ਕਹਿੰਦੇ, ਜਦੋਂ ਗੁਰੂ ਕਾ ਸਿੱਖ ਕੋਈ ਗੱਲ ਕਰਨੀ ਚਾਹੁੰਦਾ ਹੈ ਨਾ ਮੇਰੇ ਨਾਲ, ਫਿਰ ਉਹ ਇੱਕ ਕੰਮ ਕਰੇ, ਜੋ ਮਮ ਸਾਥ ਚਾਹੇ ਕਰ ਬਾਤ, ਗ੍ਰੰਥ ਜੀ ਪੜ੍ਹੈ। ਤੇ ਦੂਸਰਾ ਬਚਨ ਵਿਚਾਰੇ ਸਾਥ। ਜਿਹੜਾ ਗੁਰੂ ਗੋਬਿੰਦ ਸਿੰਘ ਨਾਲ ਗੱਲਾਂ ਕਰਨੀਆਂ ਚਾਹੁੰਦਾ ਹੈ, ਸਤਿਗੁਰੂ ਕਹਿੰਦੇ ਆ ਕੇ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰੇ। ਤੇ ਕੇਵਲ ਪਾਠ ਕਰਕੇ ਚਲਾ ਨਾ ਜਾਵੇ, ਗੁਰਬਾਣੀ ਦੇ ਅਰਥਾਂ ਨੂੰ ਸਮਝੇ, ਗੁਰਬਾਣੀ ਦੀ ਵਿਚਾਰ ਨੂੰ ਸਮਝੇ। ਕਹਿੰਦੇ ਸਹਿਜ ਪਾਠ ਕਰਨਾ, ਬਾਣੀ ਦੀ ਵਿਚਾਰ ਨੂੰ ਸਮਝਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਗੱਲਾਂ ਕਰਨ ਦੇ ਸਮਾਨ ਹੋਵੇਗਾ।
ਸਤਿਗੁਰੂ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਆ, ਕਹਿੰਦੇ ਨੇ ਜੇ ਕੋਈ ਮੇਰੀ ਗੱਲ ਸੁਣਨੀ ਵੀ ਚਾਹੁੰਦਾ ਹੈ, ਵਾਰੇ ਵਾਰੇ ਜਾਈਏ ਕਲਗੀਧਰ ਪਾਤਸ਼ਾਹ ਤੋਂ, ਜੇ ਕੋਈ ਮੇਰਾ ਬਚਨ ਸੁਣਨਾ ਚਾਹੁੰਦਾ ਹੈ, ਮੇਰੀ ਕੋਈ ਗੱਲ ਸੁਣਨਾ ਚਾਹੁੰਦਾ ਹੈ, ਤੇ ਮਹਾਰਾਜ ਕਹਿੰਦੇ ਜੋ ਮੁਝ ਬਚਨ ਸੁਨਨ ਕੀ ਚਾਹੇ, ਗ੍ਰੰਥ ਵਿਚਾਰ ਸੁਨੋ ਚਿਤ ਲਾਏ, ਮੇਰਾ ਰੂਪ ਗ੍ਰੰਥ ਜੀ ਜਾਨ, ਇਨ ਮਹਿ ਭੇਦ ਨ ਰੰਚਕ ਮਾਨ। ਕਹਿੰਦੇ ਆ ਕੇ ਬਾਣੀ ਦਾ ਪਾਠ ਧਿਆਨ ਨਾਲ ਸੁਣੇ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਨਣਾ ਗੁਰ ਨਾਉ। ਆ ਕੇ ਕੰਨਾਂ ਦੇ ਨਾਲ ਧਿਆਨ ਨਾਲ ਗੁਰਬਾਣੀ ਦਾ ਪਾਠ ਸੁਣੇ, ਗੁਰਬਾਣੀ ਦੀ ਕਥਾ ਸੁਣੇ, ਗੁਰਬਾਣੀ ਦੀ ਵਿਚਾਰ ਸੁਣੇ। ਸੱਚ ਜਾਣਿਓ ਕਲਗੀਧਰ ਪਾਤਸ਼ਾਹ ਦੇ ਬਚਨ ਸੁਣਨ ਦੇ ਸਮਾਨ ਹੋਵੇਗਾ। ਮਹਾਰਾਜ ਕਹਿੰਦੇ ਮੇਰਾ ਰੂਪ ਗ੍ਰੰਥ ਜੀ ਜਾਨ, ਇਨਮੇ ਭੇਦ ਨ ਰੰਚਕ ਮਾਨ। ਗੁਰੂ ਕਿਉ ਸਿੱਖੋ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਦੇ ਵਿਚਕਾਰ ਕਦੇ ਵੀ ਭੇਦ ਨਾ ਸਮਝੋ, ਇਹ ਪ੍ਰਗਟ ਗੁਰਾਂ ਕੀ ਦੇਹ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ ਉੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਾਸ ਹੋਵੇਗਾ, ਉੱਥੇ ਹੀ ਸਤਿਗੁਰੂ ਪਾਤਸ਼ਾਹ ਦਾ ਵਾਸ ਹੋਵੇਗਾ। ਸੋ ਪਿਆਰਿਓ, ਗੁਰੂ ਨੂੰ ਸਲਾਉਣਾ ਕੀ ਹੈ, ਗੁਰੂ ਕੇ ਚਰਨਾਂ ਨਾਲ ਚਿੱਤ ਨੂੰ ਜੋੜਨਾ ਕੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਹਿਜ ਪਾਠ, ਤੇ ਸਹਿਜ ਪਾਠ ਕਰਦੇ ਹੋਏ ਨਾਲ ਨਾਲ ਗੁਰਬਾਣੀ ਦੀ ਵਿਚਾਰ ਨੂੰ ਸਮਝਣਾ। ਅੱਜ ਸਮਾਂ ਬਹੁਤ ਸੁਖੈਲਾ ਹੈ, ਆਪਾਂ ਯਤਨ ਕਰਿਆ ਕਰੀਏ ਘਰ ਵਿੱਚ ਸੈਂਚੀਆਂ ਲਿਜਾ ਕੇ ਸਹਿਜ ਪਾਠ ਜ਼ਰੂਰ ਕਰੀਏ, ਬਾਣੀ ਦੇ ਅਰਥਾਂ ਨੂੰ ਸਮਝੀਏ ਸਾਡੇ ਪਿਤਾ ਕੀ ਕਹਿ ਰਹੇ ਨੇ। ਤੇ ਜਿਹੜੇ ਸੱਜਣ ਇਸ ਕਰਕੇ ਬਾਣੀ ਨਹੀਂ ਪੜ੍ਹਦੇ ਜਾਂ ਸਹਿਜ ਪਾਠ ਨਹੀਂ ਕਰਦੇ ਕਿ ਸਾਨੂੰ ਅਰਥ ਸਮਝ ਵਿੱਚ ਨਹੀਂ ਆਉਂਦੇ, ਜਾਂ ਇਸ ਕਰਕੇ ਬਾਣੀ ਨਹੀਂ ਪੜ੍ਹਦੇ ਕਿ ਸਾਡਾ ਮਨ ਗੁਰਬਾਣੀ ਵਿੱਚ ਨਹੀਂ ਲੱਗਦਾ, ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਇੱਕ ਵਾਰ ਸਿੱਖਾਂ ਨੇ ਸਵਾਲ ਕੀਤਾ ਕਿ ਪਾਤਸ਼ਾਹ ਜੀ ਪਾਠ ਕਰੇ, ਹਮ ਨਿਤ ਗੁਰਬਾਣੀ ਅਸੀਂ ਰੋਜ਼ ਪਾਠ ਕਰਦੇ ਹਾਂ, ਅਰਥ ਪ੍ਰਮਾਰਥ ਕਛੂ ਨਾ ਜਾਣੀ, ਮਨ ਨਹੀਂ ਲੱਗਦਾ, ਅਰਥ ਸਮਝ ਵਿੱਚ ਨਹੀਂ ਆਉਂਦੇ। ਆਪ ਜੀ ਦੇ ਬੋਲ ਬਹੁਤ ਆਦਰਸ਼ਕ ਨੇ, ਪਰ ਕੁਝ ਬਚਨ ਸਾਡੇ ਤਾਈਂ ਸਮਝ ਨਹੀਂ ਆਉਂਦੇ, ਫਿਰ ਕੀ ਰੋਜ਼ਾਨਾ ਬਾਣੀ ਪੜਨ ਦਾ ਲਾਭ ਹੋਵੇਗਾ? ਤੇ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮੁਸਕਰਾ ਪਏ, ਕਹਿਣ ਲੱਗੇ ਗੁਰੂ ਕਿਉ ਸਿੱਖੋ ਕੱਲ ਨੂੰ ਜਵਾਬ ਦੇਵਾਂਗੇ। ਅਗਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਹੋਏ, ਸੰਗਤਾਂ ਸਮੇਤ ਬਾਹਰ ਨੂੰ ਚੱਲੇ ਨੇ, ਤੇ ਕਹਿੰਦੇ ਨੇ ਇੱਕ ਕੋਨੇ ਜੇ ਤੇ ਇੱਕ ਘਿਓ ਦੇ ਭਾਂਡੇ ਦੀ ਠੀਕਰੀ ਪਈ ਸੀ, ਤੇ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਨੂੰ ਕਹਿਣ ਲੱਗੇ ਜਾ ਕੇ ਉਹ ਠੀਕਰੀ ਚੁੱਕ ਕੇ ਲਿਆਓ। ਗੁਰੂ ਕੇ ਸਿੱਖ ਠੀਕਰੀ ਲਿਆਏ, ਹਜੂਰ ਦੇ ਨਿਕਟ ਉਹਨਾਂ ਨੇ ਉਹ ਪੇਸ਼ ਕੀਤੀ, ਤੇ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਰਹੀ ਚਿਕਨਤਾ ਠੀਕਰ ਮਾਹੇ, ਤਿਉ ਬਾਣੀ ਗੁਰ ਰਹਿ ਮਨ ਮਾਹੇ। ਕਹਿੰਦੇ ਇਸ ਘਿਓ ਦੇ ਭਾਂਡੇ ਵਿੱਚ ਘਿਓ ਪਿਆ, ਇਹਨੂੰ ਘਿਓ ਨੇ ਛੂਹਿਆ, ਤੇ ਕਹਿੰਦੇ ਨੇ ਘਿਓ ਦੀ ਚਿਕਨਾਹਟ, ਘਿਓ ਦੀ ਥਿੰਦਿਆਈ ਹਾਲੇ ਤੱਕ ਗਈ ਨਹੀਂ, ਘਿਓ ਦੀ ਥਿੰਦਿਆਈ ਮੌਜੂਦ ਹੈ। ਗੁਰੂ ਕਿਉ ਸਿੱਖੋ ਮਨ ਨਹੀਂ ਲੱਗਦਾ, ਅਰਥ ਸਮਝ ਵਿੱਚ ਨਹੀਂ ਆਉਂਦੇ, ਫਿਰ ਵੀ ਕਦੇ ਬਾਣੀ ਪੜ੍ਹਨੀ ਨਾ ਛੱਡੋ, ਕਿਉਂਕਿ ਬਾਣੀ ਦੀ ਪਵਿੱਤਰਤਾ ਤੁਹਾਡੇ ਸੁੱਕੇ ਹੋਏ ਮਨ ਤੇ ਅਸਰ ਜ਼ਰੂਰ ਕਰੇਗੀ। ਬਾਣੀ ਜ਼ਰੂਰ ਰਹਿਮਤ ਦਾ ਮੀਂਹ ਵਰਸਾਵੇਗੀ, ਕਦੇ ਵੈਰਾਗ ਦਾ ਮੀਂਹ ਵਰਸਾਵੇਗੀ। ਕਈ ਵਾਰ ਆਪਾਂ ਵੇਖਦੇ ਹਾਂ ਬਾਣੀ ਪੜ੍ਹਦੇ ਕਈ ਸੱਜਣਾ ਦੇ ਨੇਤਰਾਂ 'ਚੋਂ ਵੈਰਾਗ ਝਲਕਦਾ। ਇੱਕ ਮਹਾਂਪੁਰਖ ਕਹਿੰਦੇ ਨੇ ਉਹ ਵੈਰਾਗ ਦੇ ਹੰਝੂ ਤੁਹਾਡੇ ਕੀਤੇ ਹੋਏ ਪਾਪਾਂ ਦੀ ਮੈਲ ਨੂੰ ਧੋਂਦੇ ਨੇ। ਸੋ ਹਮੇਸ਼ਾ ਜਦੋਂ ਬਾਣੀ ਪੜ੍ਹੀਏ ਨਾ ਪਿਆਰਿਓ, ਜੇ ਮਨ ਨਹੀਂ ਲੱਗਦਾ, ਬਾਣੀ ਪੜਨ ਤੋਂ ਪਹਿਲਾਂ ਇੱਕ ਵਾਰ ਅਰਦਾਸ ਕਰੀਏ ਕਿ ਪਾਤਸ਼ਾਹ ਬਾਣੀ ਪੜਨ ਲੱਗੇ ਆ, ਕਿਰਪਾ ਕਰੀ ਭਾਵਨਾ ਬਖਸ਼ੀ ਕਿ ਸਾਨੂੰ ਤੇਰੀ ਮੌਜੂਦਗੀ ਮਹਿਸੂਸ ਹੋਵੇ, ਸਾਨੂੰ ਤੇਰੀ ਹਜ਼ੂਰੀ ਮਹਿਸੂਸ ਹੋਵੇ। ਪਾਤਸ਼ਾਹ ਜੀ ਕਿਰਪਾ ਕਰਿਓ। ਜਿੱਦਣ ਅਰਦਾਸ ਕਰਕੇ ਬਾਣੀ ਪੜਨੀ ਸ਼ੁਰੂ ਕਰਾਂਗੇ, ਸੱਚ ਜਾਣਿਓ ਆਨੰਦ ਜ਼ਰੂਰ ਆਵੇਗਾ, ਰਸ ਜ਼ਰੂਰ ਆਵੇਗਾ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵੀ ਇਹੋ ਬਚਨ ਕੀਤਾ ਅਗਲੀ ਪੰਕਤੀ ਦੇ ਵਿੱਚ, ਮੇਰੇ ਮਨ RAM ਨਾਮ ਚਿਤ ਲਾਏ। ਕਹਿੰਦੇ ਗੁਰੂ ਕਿਆ ਸਿੱਖਾ, ਜੇ ਮਨ ਨਹੀਂ ਨਾ ਲੱਗਦਾ ਫਿਰ ਇੱਕ ਕੰਮ ਕਰ, ਜਾਂ ਤਾਂ ਅੰਮ੍ਰਿਤ ਵੇਲੇ ਉੱਠ ਕੇ, ਜਾਂ ਫਿਰ ਸੰਧਿਆ ਵੇਲੇ, ਜਾਂ ਵਿਸ਼ਰਾਮ ਤੇ ਜਾਣ ਤੋਂ ਪਹਿਲਾਂ 5-7 ਮਿੰਟ ਇਕਾਂਤ ਵਿੱਚ ਇਕੱਲਾ ਬੈਠ ਜਾਵੀਂ, ਨੇਤਰ ਬੰਦ ਕਰਕੇ, ਤੇ ਆਪਣੇ ਅੰਦਰ ਮਨ ਨੂੰ ਲੱਭਣੀ, ਆਪਣੇ ਆਪ ਨੂੰ ਲੱਭੀ।
ਆਪਣੇ ਅੰਦਰ ਹਨੇਰੇ ਦੇ ਵਿੱਚ ਆਪਣੇ ਆਪ ਨੂੰ ਲੱਭ ਕੇ ਭਟਕਦੇ ਹੋਏ ਮਨ ਨੂੰ ਸਮਝਾਈ ਕਿ ਉਹ ਮੇਰਿਆ ਮਨਾ, ਉਸ ਰਮੇ ਹੋਏ RAM ਦੇ ਨਾਮ ਦੇ ਨਾਲ ਚਿੱਤ ਲਾ, ਜਿਹੜਾ ਹਰ ਪਲ ਤੇਰਾ ਮਦਦਗਾਰ ਬਣਦਾ। ਉਹ ਮੇਰਿਆ ਮਨਾ ਮਨ ਰੇ, ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, RAM ਭਗਤ ਨੇ ਕੀਨੀ। ਆਪਣੇ ਮਨ ਨੂੰ ਸਮਝਾਈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜੇ ਆਪਣੇ ਮਨ ਨੂੰ ਸਮਝਾਵੇਂਗਾ, ਮਨ ਨਾਲ ਗੱਲ ਕਰੇਗਾ ਕਿ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਆਪਣੇ ਮਨ ਨਾਲ ਗੱਲਾਂ ਕਰੇਗਾ, ਸੱਚ ਜਾਣੀ। ਜੇ ਚਿੱਤ ਲਾਵੇਂਗਾ, ਮਨ ਨੂੰ ਜੋੜੇਗਾ, ਇਹ ਬੇਚੈਨੀ ਦੀ ਤਪਸ਼ ਦੇ ਵਿੱਚ ਜਿਹੜਾ ਤੇਰੀ ਜਿੰਦ ਸੜ ਰਹੀ ਹੈ, ਤੇਰੇ ਮਨ ਨੂੰ ਸੋਕਾ ਪੈ ਚੁੱਕਿਆ ਹੈ, ਇਹ ਤੇਰਾ ਮਨ ਹਰਿਆ ਭਰਿਆ ਹੋ ਜਾਵੇਗਾ। ਤੇਰਾ ਮਨ ਉਹ ਖਿੜ ਜਾਵੇਗਾ, ਤੇਰੀ ਰੂਹ ਖਿੜ ਜਾਵੇਗੀ। ਸਤਿਗੁਰੂ ਪਾਤਸ਼ਾਹ ਕਹਿੰਦੇ ਮਨ ਤਨ ਤੇਰਾ ਹਰਿਆ ਹੋਵੇ, ਇੱਕ ਹਰ ਨਾਮਾ ਫਲ ਪਾਏ ਰਹਾਉ। ਵਿਸ਼ਰਾਮ ਦੇ ਕੇ ਸਮਝਾਉਂਦੇ ਆ ਕਿ ਭਾਈ ਸਿੱਖਾ, ਜੇ ਮਨ ਨੂੰ ਜੋੜੇਗਾ ਗੁਰ ਸ਼ਬਦ ਦੀ ਧੂਣੀ ਦੇ ਵਿੱਚ, ਸੁਰਤ ਨੂੰ ਜੋੜੇਗਾ, ਤੇਰਾ ਮਨ ਹਰਿਆ ਭਰਿਆ ਹੋਵੇਗਾ ਤੇ ਨਾਲੇ ਤੈਨੂੰ ਪਰਮਾਤਮਾ ਦਾ ਨਾਮ ਰੂਪੀ ਫਲ ਮਿਲੇਗਾ। ਜੇ ਜੇ ਤੁਮਰੇ ਧਿਆਨ ਕੋ ਨਿਤ ਉਠਤਿਆ ਹੈ ਸੰਤ। ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਗ੍ਰੰਥ ਚ ਕਹਿੰਦੇ ਜੇ ਰੋਜ਼ਾਨਾ ਸੰਤ ਜਨ ਉਹਦੇ ਪਰਮਾਤਮਾ ਦੇ ਨਾਮ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਧਿਆਨ ਲਾਉਣਗੇ, ਸੱਚ ਜਾਣਿਓ ਅੰਤ ਲਹੇਂਗੇ ਮੁਕਤ, ਫਲ ਪਾਵੇਂਗੇ ਭਗਵੰਤ। ਕਹਿੰਦੇ ਜਿੱਥੇ ਅੰਤ ਨੂੰ ਮੁਕਤੀ ਨੂੰ ਪ੍ਰਾਪਤ ਕਰਨਗੇ, ਉੱਥੇ ਉਹਨਾਂ ਨੂੰ ਭਗਵਾਨ ਦੇ ਨਾਮ ਦਾ ਫਲ ਪ੍ਰਾਪਤ ਹੋਵੇਗਾ। ਸੋ ਲੋੜ ਹੈ ਜੇ ਆਪਣੇ ਸੁਰਤ ਨੂੰ ਸ਼ਬਦ ਦੀ ਧੂਣੀ ਦੇ ਵਿੱਚ ਜੋੜਨ ਦੀ। ਤੇ ਪਿਆਰ ਵਾਲਿਓ, ਮੈਂ ਇੱਕ ਹੋਰ ਬੇਨਤੀ ਕਰਾਂ ਕਿ ਅੱਜ ਵਾਰ ਕਈ ਸਾਡੇ ਮਨ ਚ ਆਉਂਦਾ ਵੀ ਸਾਡਾ ਮਨ ਹਰਿਆ ਭਰਿਆ ਕਿਵੇਂ ਹੋਵੇਗਾ, ਰੂਹ ਖੇੜੇ ਵਿੱਚ ਕਿਵੇਂ ਆਵੇਗੀ, ਚਿਹਰੇ ਤੇ ਜਲਾਲ, ਚਿਹਰੇ ਤੇ ਵਿਗਾਸ ਕਿਵੇਂ ਆਵੇਗਾ ਗੁਰਬਾਣੀ ਪੜ੍ਹ ਕੇ। ਤੇ ਮੈਂ ਬੇਨਤੀ ਕਰਾਂ, ਇੱਕ ਵਿਦਵਾਨ ਦਾ ਕਥਨ ਹੈ, ਉਹ ਕਹਿੰਦੇ ਨੇ ਭੋਜਨ ਖਾਏ ਬਿਨ ਭੂਖ ਨਾ ਦੂਰ ਹੋਤ, ਪਿਆਸ ਨਾ ਦੂਰ ਹੋਤ, ਪੀਏ ਬਿਨ ਪਾਣੀ ਕੇ, ਚੜੇ ਬਿਨ ਸੂਰਜ ਕਿਤੀ ਮਰ ਨਾ ਦੂਰ ਹੋਤ, ਮੁਕਤ ਨਾ ਪਾਵੇ ਜੈਸੇ ਕਹੂ ਬਿਨ ਗਿਆਨੀ ਕੇ, ਰੀਝੈ ਨਾਹੀ ਇਸ਼ਟ ਦੇਵ ਜੈਸੇ ਬਿਨ ਸ਼ਰਧਾ ਕੇ, दारद न दूर होत ईस बिन दानिके, कहत पीयूख तिम घोर कली काल बीच। आ बचन सुनन वाला है, कहंदे शांत न पावे बिन ज्ञान गुर बाणी के। ਉਹ ਵਿਦਵਾਨ ਕਹਿੰਦਾ ਜਿਵੇਂ ਭੋਜਨ ਖਾਦੇ ਬਿਨਾ ਤਨ ਦੀ ਭੁੱਖ ਦੂਰ ਨਹੀਂ ਹੁੰਦੀ, ਤਨ ਦੀ ਭੁੱਖ ਨੂੰ ਦੂਰ ਕਰਨ ਲਈ ਭੋਜਨ ਜ਼ਰੂਰੀ ਹੈ, ਇਸੇ ਤਰ੍ਹਾਂ ਮਨ ਦੀ ਭੁੱਖ ਨੂੰ ਦੂਰ ਕਰਨ ਲਈ ਭਜਨ ਜ਼ਰੂਰੀ ਹੈ। ਉਹ ਕਹਿੰਦਾ ਜਿਵੇਂ ਪਾਣੀ ਪੀਤੇ ਬਿਨਾ ਸਾਡੀ ਪਿਆਸ ਨਹੀਂ ਜਾਂਦੀ, ਇਹ ਰਸਨਾ ਤੂੰ ਮਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਹੀਂ ਜਾ ਰਹੀ। ਕਹਿੰਦੇ ਜਿਵੇਂ ਜੀਭ ਦੀ ਬਾਹਰਲੀ ਜੀਭ ਦੀ ਪਿਆਸ ਨਹੀਂ ਜਾਂਦੀ ਜਦੋਂ ਤੱਕ ਪਾਣੀ ਨਾ ਦਿੱਤਾ ਜਾਵੇ, ਸੱਚ ਜਾਣਿਓ ਸਾਡੇ ਮਨ ਦੀ ਪਿਆਸ ਨਹੀਂ ਬੁਝਣੀ ਜਦੋਂ ਤੱਕ ਇਹਨੂੰ ਬਾਣੀ ਨਾ ਦਿੱਤੀ ਜਾਵੇ, ਇਹਨੂੰ ਬਾਣੀ ਦੇਣੀ ਪਵੇਗੀ। ਕਹਿੰਦੇ ਜਿਵੇਂ ਬਿਨਾਂ ਸ਼ਰਧਾ ਤੋਂ ਇਸ਼ਟ ਗੁਰੂ ਨਹੀਂ ਰੀਝਦਾ, ਸ਼ਰਧਾ ਜ਼ਰੂਰੀ ਹੈ। ਜਿਵੇਂ ਦਵਾਈ ਖਾਦੇ ਬਿਨਾ ਸਾਡਾ ਰੋਗ ਦੂਰ ਨਹੀਂ ਹੁੰਦਾ, ਉਹ ਗੁਰੂ ਕਿਉ ਸਿੱਖੋ। ਸੰਸਾਰ ਦੀਆਂ ਸਾਰਾ ਦਿਨ ਫਿੱਕੀਆਂ ਗੱਲਾਂ ਦੇ ਵਿੱਚ ਬੰਦਾ ਉਲਝਿਆ ਰਹਿੰਦਾ ਹੈ, ਸੰਸਾਰ ਦੀਆਂ ਗੱਲਾਂ ਨੂੰ ਛੱਡ ਕੇ ਜਦੋਂ ਗੁਰਬਾਣੀ ਪੜ੍ਹ ਕੇ ਨਿਰੰਕਾਰ ਨਾਲ ਗੱਲਾਂ ਨਹੀਂ ਕਰਦਾ, ਉਦੋਂ ਤੱਕ ਸ਼ਾਂਤੀ ਨਹੀਂ ਮਿਲਣੀ, ਉਦੋਂ ਤੱਕ ਮਨ ਹਰਿਆ ਭਰਿਆ ਨਹੀਂ ਹੋਣਾ। ਕਿਉਂਕਿ ਸੰਸਾਰ ਦੀਆਂ ਫਿੱਕੀਆਂ ਗੱਲਾਂ ਸਾਨੂੰ ਫਿੱਕਾ ਕਰਦੀਆਂ ਨੇ, ਪਰ ਨਿਰੰਕਾਰ ਦੀਆਂ ਹਰੀਆਂ ਗੱਲਾਂ, ਮਿੱਠੀਆਂ ਗੱਲਾਂ ਸਾਨੂੰ ਮਿੱਠਾ ਬਣਾਉਣਗੀਆਂ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਅਗਲੇ ਸ਼ਬਦ ਵਿੱਚ ਬਚਨ ਕਰਦੇ ਨੇ, ਗੁਰ ਰਾਖੇ ਸੇ ਉਬਰੇ ਭਾਈ, ਹਰ ਰਸ ਅੰਮ੍ਰਿਤ ਪਿਆਏ। ਕਹਿੰਦੇ ਜੇ ਤੂੰ ਗੁਰੂ ਕੀ ਸ਼ਰਣੀ ਆ ਜਾਵੇਂ, ਗੁਰਬਾਣੀ ਦਾ ਸਹਿਜ ਪਾਠ ਸ਼ੁਰੂ ਕਰ ਦਵੇਂ, ਗੁਰਬਾਣੀ ਸਮਝਣ ਲੱਗ ਪਵੇਂ, ਸੱਚ ਜਾਣੀ ਇਸ ਸੰਸਾਰ ਦੀ ਵਿਸ਼ੇ ਵਕਾਰਾਂ ਦੀ ਦਲਦਲ ਤੋਂ ਬਚ ਸਕਦਾ ਹੈ। ਕਿਉਂਕਿ ਬਚਦੇ ਉਹੀ ਨੇ ਜਿਨ੍ਹਾਂ ਨੂੰ ਗੁਰੂ ਆਪ ਬਚਾ ਲਵੇ, ਉਹੀ ਬਚਦੇ ਨੇ ਜਿਨ੍ਹਾਂ ਦੇ ਉੱਤੇ ਗੁਰੂ ਬਖਸ਼ਿਸ਼ ਕਰਕੇ ਨਾਮ ਦਾ ਮੀਂਹ ਮਰਸਾ ਦੇਵੇ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜੇ ਨਾਮ ਅਭਿਆਸ ਸਦਕਾ
ਗੁਰਬਾਣੀ ਦੀ ਵਿਚਾਰ ਮਨ ਦੇ ਵਿੱਚ ਵਸਾਵੇਂਗਾ, ਤੇਰੇ ਅੰਦਰੋਂ ਅਹੰਕਾਰ ਦੀ ਮੈਲ ਧੁਪੇਗੀ, ਹੰਕਾਰ ਦੀ ਮੈਲ ਧੁਪੇਗੀ ਤੇ ਨਾਮ ਦੇ ਅੰਮ੍ਰਿਤ ਦਾ ਰਸ ਆਵੇਗਾ। ਸਤਿਗੁਰੂ ਕਹਿੰਦੇ ਜੇ ਉਹਦੀ ਸ਼ਰਨ ਵਿੱਚ ਆਵੇਂਗਾ ਗੁਰੂ ਸਾਹਿਬ ਬਖਸ਼ਿਸ਼ ਕਰਨਗੇ। ਤੇ ਅੱਗੇ ਕਿਰਪਾ ਕਰਦੇ ਨੇ, ਵਿੱਚ ਹਉ ਮੈਂ ਦੁੱਖ ਉੱਠ ਗਿਆ ਭਾਈ, ਸੁਖ ਉਠਾ ਮਨ ਆਏ। ਜੇ ਰੋਜ਼ਾਨਾ ਸ਼ਬਦ ਦੀ ਧੁਨੀ ਵਿੱਚ ਸੁਰਤ ਨੂੰ ਜੋੜੇਗਾ, ਸੱਚ ਜਾਣੀ ਹਉਮੈ ਦਾ ਦੁੱਖ, ਅਹੰਕਾਰ ਦਾ ਦੁੱਖ ਚਲਿਆ ਜਾਵੇਗਾ ਤੇ ਮਨ ਦੇ ਵਿੱਚ ਸਦਾ ਲਈ ਸੁਖ ਵਸ ਜਾਵੇਗਾ। ਮਨ ਵਿੱਚ ਦੁਬਾਰਾ ਪਰੇਸ਼ਾਨੀ ਨਹੀਂ ਆਵੇਗੀ, ਮਨ ਦੇ ਵਿੱਚ ਦੁਬਾਰਾ ਨਾਮੋਸ਼ੀ ਨਹੀਂ ਆਵੇਗੀ, ਮਨ ਦੇ ਵਿੱਚ ਦੁਬਾਰਾ ਤੇਰੇ ਅੰਦਰ ਦੁੱਖ ਨਹੀਂ ਆਉਣਗੇ ਜੇ ਸ਼ਬਦ ਦੀ ਧੁਨੀ ਵਿੱਚ ਸੁਰਤ ਨੂੰ ਜੋੜੇਗਾ। ਅੱਗੇ ਬਖਸ਼ਿਸ਼ ਕਰਦੇ ਨੇ, ਤੁਰ ਆਪੇ ਜਿਨ੍ਹਾਂ ਨੂੰ ਬਖਸ਼ਿਓਨ ਭਾਈ, ਸਬਦੇ ਲਯਨ ਮਿਲਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਸ਼ਬਦ ਦੇ ਵਿੱਚ ਆਪਣੀ ਸੁਰਤ ਨੂੰ ਮਿਲਾ ਲੈਂਦੇ ਨੇ, ਸ਼ਬਦ ਦੀ ਧੁਨੀ ਦਾ ਅਭਿਆਸ ਕਰਦੇ ਨੇ ਨਾ ਪਿਆਰਿਓ, ਜਦੋਂ ਨਾਮ ਅਭਿਆਸ ਕਰੋਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਕ ਅੰਦਰ ਧੁਨੀ ਅਨਹਦ ਨਾਦ ਨੂੰ ਜਦੋਂ ਸੁਣੋਗੇ, ਅਨੰਦ ਸੁਣੋ ਵੱਡੇ ਭਾਗੀ ਹੋ। ਉਸ ਅਨਹਦ ਨਾਦ ਨੂੰ ਸੁਣੋਗੇ, ਮਹਾਰਾਜ ਕਹਿੰਦੇ ਧੁਰ ਆਪੇ, ਕਹਿੰਦੇ ਉਥੋਂ ਫਿਰ ਪ੍ਰਮਾਤਮਾ ਕਿਰਪਾ ਕਰਕੇ ਖੁਦ ਖੁਦਾ ਦਰਗਾਹ ਦੇ ਵਿੱਚੋਂ ਤੁਹਾਡੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਦੇਵੇਗਾ। ਤੁਹਾਡੇ ਕੀਤੀਆਂ ਹੋਈਆਂ ਗਲਤੀਆਂ ਨੂੰ ਬਖਸ਼ ਕੇ ਤੁਹਾਨੂੰ ਕਲਾਵੇ ਵਿੱਚ ਲੈ ਕੇ ਸੀਨੇ ਦੇ ਨਾਲ ਲਾਵੇਗਾ, ਜਿਵੇਂ ਕਦੇ ਭਗਤ ਧੰਨੇ ਨੂੰ ਲਾਇਆ, ਜਿਵੇਂ ਕਦੇ ਭਗਤ ਨਾਮਦੇਵ ਨੂੰ ਲਾਇਆ, ਭਗਤ ਪੀਪਾ ਜੀ ਨੂੰ ਲਾਇਆ। ਤੇ ਮਹਾਰਾਜ ਕਹਿੰਦੇ ਨੇ ਸੱਚ ਜਾਣੀ ਧੂੜ ਤਿਨਾ ਕੀ ਅਕੁਲੀ ਹੈ ਭਾਈ, ਸਤ ਸੰਗਤ ਮੇਲ ਮਿਲਾਏ। ਆਪਾਂ ਰੋਜ਼ ਇੱਕ ਗੱਲ ਕਹਿੰਦੇ ਆ ਕਿ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਉਹ ਪਿਆਰੇ ਮਿਲਾ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਮੈਨੂੰ ਚੇਤੇ ਆਵੇ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਿਲਿਆ ਨਾਮ ਚੇਤੇ ਆਵੇ ਨਾ, ਉਹਨਾਂ ਦੇ ਚਰਨਾਂ ਦੀ ਸੰਗਤ ਕਰਿਆ ਕਰ, ਉਹਨਾਂ ਗੁਰਸਿੱਖਾਂ ਦੀ ਸੰਗਤ ਕਰਿਆ ਕਰ ਜਿਹੜੇ ਤੈਨੂੰ ਸੰਸਾਰ ਦੀ ਨਹੀਂ ਨਿਰੰਕਾਰ ਦੀ ਸਿੱਖਿਆ ਦੇਣ, ਕਿਉਂਕਿ ਉਹਨਾਂ ਦੇ ਚਰਨਾਂ ਦੀ ਧੂੜੀ ਵੀ ਤੇਰੇ ਮਾੜੇ ਕਰਮਾਂ ਨੂੰ ਬਦਲ ਸਕਦੀ ਹੈ। ਰੋਜ਼ ਆਪਾਂ ਸੋਹਿਲਾ ਸਾਹਿਬ 'ਚ ਇੱਕ ਬਚਨ ਪੜ੍ਹਦੇ ਹਾਂ, ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਮਹਾਰਾਜ ਕਹਿੰਦੇ ਮੈਂ ਪਰਮਾਤਮਾ ਤੋਂ ਸੰਸਾਰ ਦਾ ਸੁੱਖ ਨਹੀਂ ਮੰਗਦਾ, ਮੈਂ ਸੁੱਖ ਮੰਗਦਾ ਕਿ ਮੈਨੂੰ ਉਹਨਾਂ ਸੰਤਾਂ ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਬਣਾ ਦੇ ਜਿਹੜੇ ਤੇਰੇ ਨਾਮ ਵਿੱਚ ਰੰਗੇ ਨੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਕਿਉਂਕਿ ਪਿਆਰਿਓ ਜਿਨ੍ਹਾਂ ਨੇ ਇਬਾਦਤ ਦਾ ਜਾਮਾ ਪੀਤਾ ਹੈ, ਇਬਾਦਤ ਦਾ ਜਾਮਾ ਪਹਿਨਿਆ ਹੈ, ਉਹਨਾਂ ਦੇ ਉੱਤੇ ਬਖਸ਼ਿਸ਼ ਹੈ। ਕਿਉਂਕਿ ਪਿਆਰਿਓ ਜੇ ਕੋਈ ਸਰੀਰ ਕਿਸੇ ਅਸਥਾਨ ਤੇ ਬੈਠ ਕੇ ਬੰਦਗੀ ਕਰੇ, ਇਬਾਦਤ ਕਰੇ, ਤੇ ਸੱਚ ਜਾਣਿਓ ਇੱਕ ਗੁਰਸਿੱਖ ਦੇ ਬੋਲ ਨੇ, ਕਹਿੰਦੇ ਗਵਾਹ ਬਣੇਗਾ ਉਹ ਹਿੱਸਾ ਤੇਰੀ ਇਬਾਦਤ ਦਾ, ਜਿਸ ਧਰਤੀ ਤੇ ਬੈਠ ਕੇ ਤੂੰ ਉਸ ਨਾਲ ਪ੍ਰੇਮ ਦੀ ਸਾਂਝ ਪਾਉਂਦਾ ਰਿਹਾ ਹੈ। ਗਵਾਹ ਬਣੇਗਾ ਉਹ ਹਿੱਸਾ ਤੇਰੀ ਇਬਾਦਤ ਦਾ, ਜਿਸ ਧਰਤੀ ਤੇ ਬੈਠ ਕੇ ਤੂੰ ਉਸ ਨਾਲ ਪ੍ਰੇਮ ਦੀ ਸਾਂਝ ਪਾਉਂਦਾ ਰਿਹਾ ਹੈ। ਆ ਵੇਖੋ ਅੱਜ ਗੁਰਦੁਆਰਾ ਬੰਗਲਾ ਸਾਹਿਬ ਦੀ ਧਰਤੀ ਅੱਜ ਵੀ ਗਵਾਹ ਬਣੀ ਹੋਈ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੀ ਕਰਾਮਾਤ ਉਹਨਾਂ ਦੀ ਮੌਜੂਦਗੀ ਦੀ ਗਵਾਹ ਬਣ ਕੇ ਦੱਸਦੀ ਹੈ ਕਿ ਅੱਜ ਵੀ ਜੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਕੋਈ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਵਿਰਾਗ ਦੇ ਨਾਲ ਆ ਕੇ ਤਰਲਾ ਪਾ ਲਵੇ, ਝੋਲੀ ਜ਼ਰੂਰ ਪਵਾ ਕੇ ਲੈ ਜਾਏਗਾ, ਝੋਲੀ ਜ਼ਰੂਰ ਲੈ ਜਾਏਗਾ ਭਰਾ ਕੇ, ਜੇ ਕਿਤੇ ਭਾਵਨਾ ਦੇ ਨਾਲ ਆ ਜਾਵੇ। ਸੋ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਅਖੀਰਲੀਆਂ ਪੰਕਤੀਆਂ ਦੇ ਵਿੱਚ, ਆਪ ਕਰਾਏ ਕਰੇ ਆਪ ਭਾਈ, ਜਿਨ ਹਰਿਆ ਕੀਆ ਸਭ ਕੋਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜਿਨੇ ਸਾਰੇ ਸੰਸਾਰ ਨੂੰ ਹਰਿਆ ਭਰਿਆ ਕੀਤਾ ਹੈ, ਜਿਨੇ ਸਾਰੇ ਸੰਸਾਰ ਨੂੰ ਖੇੜੇ ਦੇ ਵਿੱਚ ਲਿਆਂਦਾ ਹੈ। ਗੁਰੂ ਕਿਆ ਸਿੱਖਾ ਤੂੰ ਚਿੰਤਾ ਛੱਡ ਕੇ, ਫਿਕਰ ਛੱਡ ਕੇ, ਆਪਣੇ ਮਨ ਦੇ ਵਿੱਚੋਂ ਸੰਸਾਰ ਦੀਆਂ ਚਿੰਤਾਵਾਂ ਛੱਡ ਕੇ ਇੱਕ ਵਾਰ ਉਹਦੇ ਚਰਨਾਂ ਤੇ ਢਹਿ ਕੇ ਤਾਂ ਵੇਖ, ਉਹਦਾ ਪੱਲਾ ਫੜ ਕੇ ਤਾਂ ਵੇਖ, ਉਹਦੇ ਅੱਗੇ ਤਰਲਾ ਪਾ ਕੇ ਤਾਂ ਵੇਖ, ਉਹ ਆਪੇ ਹੀ ਕਿਰਪਾ ਕਰਕੇ ਤੈਨੂੰ ਆਪਣੇ ਸੀਨੇ ਨਾਲ ਲਾ ਲਵੇਗਾ।
तेरे मन दे उत्ते तेरे तन ते उत्ते जिहड़ा दुखां दा समा हुंदा है, जे तू ओदी शरणी पै जावे, दुख दर्द भौ निकट ना तिन नरके रहें। धन गुरु अमरदास महाराज कहंदे, नानक मन तन सुख सद वसै पाई। कहंदे सदा लई सुख वस जावेगा तन और मन दे विच, जे भाई शब्द मिलावा होए, जे तेरी रूह दा, जे तेरी सुरती दा, जे तेरे मन दा किते शब्द दी धुनी दे नाल मेल हो जावे, जे किते नू गुरु ग्रंथ साहिब सच्चे पातशाह दे सहज पाठ करन दा रंग चढ़ जावे, जे किते तेनू गुरु ग्रंथ साहिब महाराज जी दी रोजाना विचार सुनन दा मन लग पवे। मैं एक अपना अनुभव साझा करां कि प्यारिओ, अज धन गुरु हरकृष्ण पातशाह दे दरबार दे विच सहज पाठ दी अरदास शुरू करके जाओ। रोजाना भावें एक अंग सहज पाठ दा करो और उसे एक अंग दी विचार नू समझो। सच जाणियो, कुछ दिन तुसी आप खिच करके गुरु ग्रंथ साहिब दे स्वरूप कोल जाके सहज पाठ करो, कुछ दिनों बाद गुरु साहब खुद तानू आवाज मार के कहणगे, गुरु क्या सिखा कोई कर गल सुनावे हर नाम की, सो लगा गुरसिखा मन मिठा, आ आके बाणी पढ़। सच्ची गल है, शरधा दी गल है, भावना दी गल है। जिस तरह साडा किसे दे नाल नेह हो जावे, प्रेम पै जावे, इश्क हो जावे, ते अपना दिल करदा आपां रोजाना उहदे नाल गल करिए। जे किते साडा इश्क गुरु ग्रंथ साहिब नाल हो गया, साडा दिल करेगा कि असीं वध तो वध अंग सहज पाठ दे करिए। क्योंकि प्यारिओ, एक विद्वान ने बहुत सुनिया सतरां लिखियां। ਉਹ लिखदा है, गुरु ग्रंथ है गुरु रूप सदा, जह लाल अमोलक बीच भरे, गुरबाणी ही रूप है गुर का, जह सरवण ते सब पाप टरे। वो कहता है कि धन गुरु ग्रंथ साहिब महाराज सच्चे पातशाह ही उस पार ब्रह्म अकाल पुरख वाहिगुरु दा स्वरूप ने, जिस विच लाल रतन अमोलक भरे पे आ। ते कहंदे ने गुरबाणी ही रूप है गुर का, गुरबाणी ही गुरु का स्वरूप है। बाणी गुरु, गुरु है बाणी, विच बाणी अमृत सारे, गुरबाणी ही रूप है गुर का, जह सरवण ते सब पाप टरे। सुनिया दुख पाप का नाश, नानक भगता सदा विगास। कहंदा ए गुरबाणी दे विच ताकत है, करामात है, इहदे विच ए ताकत है गुरबाणी दे विच कि जेड़ा एकाग्र चित हो के एक बार गुरबाणी दा पाठ सरवण कर लवे, सरवण कीतियां ही सारे पाप भज जांदे ने। सुनिया दुख पाप का नाश, नानक भगता सदा विगास। ते अगे महाराज कहंदे ने, जह प्रीत लगी, माफ करना अगे उस विद्वान ने लिखिया, जह प्रीत लगी गुरु साथ गिरा, तो भव सिंध से सब पार परे। कहंदे जे किते गुरु ग्रंथ साहिब सच्चे पातशाह दे नाल तेरा प्यार पै जावे, प्रीत पै जावे, ते सच जानी इस संसार रूपी भवजल सागर तो तेनू खुद निरंकार छड़ा लवेगा, तेनू निरंकार पार करा देवेगा। अगे लिखदा है, मम बंधन है गुरु ग्रंथ सदा, जोई कारज सगरे रास करे। मम बंधन है गुरु ग्रंथ सदा, जोई कारज सगरे रास करे। कहंदा मेरी बंदना है गुरु ग्रंथ साहिब सच्चे पातशाह दे चरना ते, ਜਿਹੜੇ ਮੇਰੇ ਸੰਸਾਰ ਦੇ ਸਾਰੇ ਕਾਰਜ ਰਾਸ ਕਰਦੇ ਨੇ। ਆਪਾਂ ਪੜ੍ਹਦੇ ਆ ਨਾ, ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮਹਸ਼ੰਦਾ। ਉਸ ਪੌੜੀ ਦੇ ਅਖੀਰਲੇ ਲਫ਼ਜ਼ਾਂ ਵੱਲ ਚੱਲੀਏ ਤੇ ਉੱਥੇ ਲਿਖਦੇ ਨੇ, ਅਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਵਿੰਦਾ, ਸਭੇ ਕਾਜ ਸਵਾਰਿਆ, ਜਾ ਤੁਧ ਪਾਬੰਦਾ। ਜੇ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕੇ ਸਿੱਖ ਦੀ ਅਰਦਾਸ, ਗੁਰੂ ਕੇ ਸਿੱਖ ਦੀ ਭਾਵਨਾ ਭਾ ਜਾਵੇ ਤੇ ਮਹਾਰਾਜ ਕਹਿੰਦੇ ਨੇ, ਤੈਨੂੰ ਤੇ ਗੁਰੂ ਕਿਆ ਸਿੱਖਾ ਅਰਦਾਸ ਕਰਨ ਦੀ ਲੋੜ ਨਹੀਂ, ਸਭੇ ਕਾਜ ਸਵਾਰਿਆ ਜਾ ਤੁਧ ਭਾਵੰਦਾ। ਤੂੰ ਆ ਕੇ ਕੇਵਲ ਤੇ ਕੇਵਲ ਉਹਦੇ ਕੋਲੋਂ ਉਹਦੀ ਖੈਰ ਦੀ ਰਹਿਮਤ ਮੰਗ, ਕਿਤੇ ਤੇਰੀ ਭਾਵਨਾ ਨੂੰ ਭਾ ਜਾਵੇ, ਤੇਰੇ ਸਾਰੇ ਕੀਤੇ ਹੋਏ ਕੰਮ ਰਾਸ ਆ ਜਾਣਗੇ, ਤੇਰੇ ਸਾਰੇ ਕੀਤੇ ਹੋਏ ਕੰਮ ਸਵਰੇ ਜਾਣਗੇ। ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਬਾਣੀ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਗੁਰੂ ਕਿਆ ਸਿੱਖਾ ਇਸ ਗੁਰਬਾਣੀ ਦੇ ਉੱਤੋਂ ਵਾਰੇ ਵਾਰੇ ਜਾਇਆ ਕਰ, ਸਦਕੇ ਜਾਇਆ ਕਰ। ਤੇ ਜੇ ਸਦਕੇ ਜਾਣਾ ਚਾਹੁੰਦਾ ਫਿਰ ਰੋਜ਼ਾਨਾ ਇਕਾਗਰ ਚਿਤ ਹੋ ਕਰਕੇ ਨਿਤਨੇਮ ਕਰਿਆ ਕਰ, ਬਾਣੀ ਪੜਿਆ ਕਰ,
ਇਹੋ ਗੁਰੂ ਕੇ ਚਰਨਾਂ ਨੂੰ ਚਿੱਤ ਦੇ ਵਿੱਚ ਵਸਾਉਣਾ ਹੈ। ਮੈਂ ਬੇਨਤੀ ਕਰਾਂ ਖਾਲਸਾ ਜੀ, ਕਈ ਵਾਰ ਸੱਜਣ ਪੁੱਛਦੇ ਆ ਕਿ ਬਾਣੀ ਪੜ੍ਹੀਏ ਕਿਵੇਂ, ਮਨ ਨਹੀਂ ਲੱਗਦਾ। ਮੈਂ ਅਕਸਰ ਬੇਨਤੀ ਕਰ, ਬਾਣੀ ਪੜਨ ਲੱਗੋ ਨਾ ਹੱਥ ਵਿੱਚ ਪੋਥੀ ਸਾਹਿਬ ਪਕੜੋ ਤੇ ਇੱਕ ਭਾਵਨਾ ਰੱਖਿਓ, ਪੋਥੀ ਪਰਮੇਸ਼ਰ ਕਾ ਥਾਨ। ਜਦੋਂ ਵੀ ਜਪਜੀ ਸਾਹਿਬ ਜਾਂ ਸੁਖਮਨੀ ਸਾਹਿਬ ਪੜਨ ਲੱਗੋ ਜਾਂ ਦੁੱਖ ਭੰਜਨੀ ਸਾਹਿਬ ਪੜਨ ਲੱਗੋ ਤੇ ਆਪਣੇ ਮਨ ਦੇ ਵਿੱਚ ਹਮੇਸ਼ਾ ਇੱਕ ਭਾਵਨਾ ਰੱਖਿਓ ਕਿ ਮੈਂ ਬਾਣੀ ਤੇ ਪੜਨ ਲੱਗਾ, ਪਰ ਮੇਰੇ ਸਾਹਮਣੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਖੁਦ ਹਾਜ਼ਰ ਨਾਜ਼ਰ ਹੋ ਕੇ ਸਰਵਣ ਕਰਨਗੇ। ਮੇਰੀ ਪੜੀ ਹੋਈ ਬਾਣੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਸੁਣਦੇ ਆ, ਕਿਉਂਕਿ ਪਿਆਰਿਓ ਬਾਣੀ ਸਾਨੂੰ ਗੁਰੂ ਦੇ ਨਾਲ ਗੱਲਾਂ ਕਰਨੀਆਂ ਸਿਖਾਉਂਦੀ ਹੈ। ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ। ਰੋਜ਼ ਗੱਲਾਂ ਹੀ ਤੇ ਕਰਦੇ ਆ ਵੀ ਜਿਹੜੇ ਤੈਨੂੰ ਧਿਆਉਂਦੇ ਨੇ ਉਹ ਤੇ ਸਦਾ ਲਈ ਜਗਤ ਦੇ ਵਿੱਚ ਸੁੱਖਾਮਈ ਜੀਵਨ ਬਤੀਤ ਕਰਦੇ ਨੇ। ਹਮੇਸ਼ਾ ਇਹ ਭਾਵਨਾ ਰੱਖੋ ਤੇ ਅਰਦਾਸ ਕਰਕੇ ਬਾਣੀ ਪੜੋ, ਕਿਉਂਕਿ ਪਿਆਰਿਓ ਜਿਹੜਾ ਅਰਦਾਸ ਲਫ਼ਜ਼ ਹੈ ਇਹ ਫਾਰਸੀ ਵਿੱਚੋਂ ਆਇਆ ਹੈ ਤੇ ਕਹਿੰਦੇ ਨੇ ਇਹਦੇ ਜੇ ਫਾਰਸੀ ਦੇ ਵਿੱਚ ਵਾਚੀਏ ਤੇ ਅਰਜ਼ ਪਲੱਸ ਦਾਸਤ। ਅਰਜ਼ ਕਹਿੰਦੇ ਨੇ ਅਰਜ਼ੀ ਨੂੰ, ਗੱਲ ਨੂੰ, ਦਾਸਤ ਕਹਿੰਦੇ ਨੇ ਰੱਖਣ ਨੂੰ। ਮਹਾਰਾਜ ਕਹਿੰਦੇ ਬਾਣੀ ਪੜਨ ਤੋਂ ਪਹਿਲਾਂ ਇੱਕ ਵਾਰ ਉਹਦੇ ਅੱਗੇ ਅਰਦਾਸ ਕਰ ਲਿਆ ਕਰ ਕਿ ਪਾਤਸ਼ਾਹ ਮੈਂ ਤੇਰੇ ਚਰਨਾਂ ਵਿੱਚ ਆਪਣੀ ਪੁਕਾਰ ਰੱਖਣ ਲੱਗਾ, ਅਰਦਾਸ ਰੱਖਣ ਲੱਗਾ, ਕਿਰਪਾ ਕਰਕੇ ਮੇਰੀ ਬਾਹ ਫੜ ਲਵੇਂ। ਸੋ ਪਾਤਸ਼ਾਹ ਕਿਰਪਾ ਕਰਨ, ਸਾਡੇ ਅੰਦਰ ਗੁਰਬਾਣੀ ਦਾ ਸਿਧਾਂਤ ਵਸ ਜਾਵੇ, ਨਾਮ ਦੀ ਧੁਨੀ ਵਸ ਜਾਵੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੀ ਮਿਹਰ ਭਰੀ ਛੜੀ ਸਾਡੇ ਸੀਸ ਤੇ ਪੈ ਜਾਵੇ। ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਅਤੇ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ ਤਿੰਨਾਂ ਦਾ ਧੰਨਵਾਦ। ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰੋਮ ਰੋਮ ਕਰਕੇ ਧੰਨਵਾਦ, ਜਿਨ੍ਹਾਂ ਨੇ ਸੁਆਸਾਂ ਰੂਪੀ ਲੜੀ ਬਖਸ਼ ਕੇ ਆਪ ਸਭ ਸੰਗਤਾਂ ਦੇ ਦਰਸ਼ਨ ਕਰਾਏ ਨੇ। ਆਓ ਇੱਕ ਪਲ ਵਾਹਿਗੁਰੂ ਦੀ ਧੁਨ ਦੇ ਵਿੱਚ ਆਪਣੇ ਸੁਰਤ ਨੂੰ, ਮਨ ਨੂੰ ਜੋੜ ਕੇ ਆਪਾਂ ਖਿਮਾ ਦੇ ਜਾਚਕ ਹੋਈਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੂੰ ਧੰਨ ਧੰਨ ਕਹਿ ਕੇ ਉਹਨਾਂ ਦੇ ਕੋਲੋਂ ਉਹਨਾਂ ਦੀ ਖੈਰ ਦੀ ਭੀਖ ਮੰਗੀਏ, ਉਹਨਾਂ ਕੋਲੋਂ ਖੈਰ ਮੰਗੀਏ, ਉਹਨਾਂ ਕੋਲੋਂ ਰਹਿਮਤ ਮੰਗੀਏ। ਸਭ ਨੇ ਇਕਾਗਰ ਚਿਤ ਹੋ ਕੇ ਭਾਵਨਾ ਵਿੱਚ ਭਿੱਜ ਕੇ ਗੱਜ ਕੇ ਪੜਨਾ। ਵਾਹਿਗੁਰੂ ਧੰਨ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।